एक बार फिर मैं स्वागत करता जिदा कि आप जी सवेर तो ही असी सहारनपुर तो जो यूपी तो असी रिपोर्ट दे रहे हैं जिथे दो धरिया के सिख धर्म के मुसलमान धर्म के बहुत वड्डा जोड़ा मामला देखने को मिला जिदा कि संगतां नूं असीं लाइव भी दिखाया सी कि मुस्लिम भाईचारा वालों किस तरह ये दुकानां ते जिन्हां उन्हां दे घर हैगे वो जलाए गए। ਅਸੀਂ ਹੁਣ ਇੱਕ ਵੀਰ ਦੇ ਨਾਲ ਗੱਲਬਾਤ ਕਰਦੇ ਜਿਨ੍ਹਾਂ ਦੇ ਉੱਪਰ ਇਹ ਪਥਰਾਓਬਾਜ਼ੀ ਹੋਈ ਆ। ਤੁਸੀਂ ਦੇਖ ਸਕਦੇ ਕਿ ਉਹ ਇਸ ਟਾਈਮ ਉਹਨਾਂ ਦੀ ਅੱਖ ਜਿਹੜੀ ਹੈਗੀ ਆ ਉਹ ਵੀ ਕਾਫੀ ਖਰਾਬ ਹੋ ਚੁੱਕੀ ਆ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ। ਫਤਿਹ ਜੀ। ਵੀਰ ਜੀ ਸ਼ੁਭ ਨਾਮ ਆਪ ਜੀ ਦਾ? ਗੁਰਵਿੰਦਰ ਸਿੰਘ। ਗੁਰਵਿੰਦਰ ਸਿੰਘ ਜੀ ਤੁਸੀਂ ਕਿਹੜੀ ਜਗ੍ਹਾ ਦੇ ਤੁਸੀਂ ਰਹਿਣ ਵਾਲੇ ਜੇ? ਤੇ ਰਹਿੰਦੇ ਆ ਜੀ ਤੇ ਨਾਲ ਹੀ ਅੱਗੇ ਜਾ ਕੇ ਘਰ ਹੈਗਾ ਸਾਡਾ। ਤੇ ਇਹ ਜਦੋਂ ਇਹ ਵਾਕਿਆ ਵਾਪਰਿਆ ਉਦੋਂ ਤੁਸੀਂ ਕਿਹੜੀ ਜਗ੍ਹਾ ਤੇ ਸੀ? ਉਦੋਂ ਐਸਾ ਜੀ ਅਸੀਂ ਇੱਥੇ ਮਤਲਬ ਸਾਰਾ ਇਕੱਠ ਸੀ ਸਾਡੇ ਸਿੱਖਾਂ ਦਾ ਥੋੜਾ ਜਿਹਾ ਬਹੁਤ, ਕਿਉਂਕਿ ਜਿਸ ਵੇਲੇ ਉਹਨਾਂ ਨੇ ਸਾਨੂੰ ਫੋਨ ਕੀਤੇ ਤੇ ਕਾਫੀ ਬਹੁਤ ਘੱਟ ਤਾਦਾਦ ਬੰਦੇ ਪਹੁੰਚੇ ਸੀ ਇੱਥੇ। ਤੇ ਉਹਨਾਂ ਦਾ ਬੰਦਾ ਮੁਸਲਮਾਨਾਂ ਦਾ ਬੰਦਾ ਉਧਰੋਂ ਆਇਆ ਲਗਭਗ 4-5 ਹਜ਼ਾਰ ਬੰਦਾ ਉਹਨਾਂ ਦਾ। ਇਹ ਕਿਹੜੇ ਵਜੇ ਦੀ ਗੱਲ ਹੈ? ਇਹ ਸਵੇਰੇ 7:30 ਪੌਣੇ 8 ਵਜੇ ਦੇ ਆਸ-ਪਾਸ ਦੀ ਗੱਲ ਹੈ ਜਦੋਂ ਦੂਸਰੀ ਵਾਰੀ ਅਟੈਕ ਕੀਤਾ ਗਿਆ। ਹਾਂਜੀ। ਤੇ ਪਹਿਲੇ ਤਾਂ ਇੱਕ ਵਾਰੀ ਸਵੇਰੇ ਅਟੈਕ ਹੋਇਆ, ਉਸ ਤੋਂ ਬਾਅਦ ਫਿਰ ਉਹਨਾਂ ਦੀ ਤਾਦਾਦ ਬਹੁਤ ਜ਼ਿਆਦਾ ਤੇ ਹੱਥਾਂ ਦੇ ਵਿੱਚ ਉਹ ਆਪਣਾ ਰਾਈਫਲਾਂ ਮਤਲਬ ਤਲਵਾਰਾਂ ਮੌਜ਼ਰ ਛੋਟੇ ਕੱਟੇ ਮਤਲਬ ਜੋ ਉਹਨਾਂ ਦੇ ਹਥਿਆਰ ਗੈਰ ਕਾਨੂੰਨੀ ਸਭ ਨਾਲ ਲੈ ਕੇ ਆ ਗਏ। ਉੱਥੇ ਉਹਨਾਂ ਨੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਵੀਰ ਜੀ ਤੁਸੀਂ ਸਾਨੂੰ ਦੱਸੋਗੇ ਕਿ ਇਸ ਟਾਈਮ ਦਲਜੀਤ ਸਿੰਘ ਜੀ ਤੁਸੀਂ ਬਿਲਕੁਲ ਸਾਨੂੰ ਦੱਸੋ ਇਹ ਕਿਹੜੀ ਜਗ੍ਹਾ ਤੇ ਸੀਗੇ, ਕਿੰਨੀ ਦੂਰ, ਕਿਉਂਕਿ ਅਸੀਂ ਬਿਲਕੁਲ ਸੰਗਤਾਂ ਨੂੰ ਦਿਖਾਵਾਂਗੇ ਕਿ ਇਹ ਕਿੰਨੀ ਦੂਰ ਤੋਂ ਜਿਹੜਾ ਮੁਸਲਿਮ ਭਾਈਚਾਰਾ ਕਿ ਅੱਗੋਂ ਤੱਕ ਆ ਗਿਆ ਸੀ। ਵੀਰ ਜੀ ਜਿੱਥੇ ਉੱਥੋਂ ਜਿੱਥੋਂ ਕਾਰਾਂ ਅੰਦਰ ਐਂਟਰ ਕਰ ਰਹੀਆਂ ਨੇ ਉੱਥੋਂ ਇਹ ਇੱਥੇ ਤੱਕ ਆ ਗਏ ਸਨ ਜਿੱਥੇ ਖੋਖਾ ਹੈਗਾ ਨਾ, ਐਜ ਵਾਈਟ ਰੰਗ ਦਾ ਖੋਖਾ ਵੇਖ ਰਹੇ ਹੋ, ਇੱਥੇ ਤੱਕ ਉਹ ਲੋਕ ਪਹੁੰਚ ਚੁੱਕੇ ਸਨ। ਤੇ ਅਸੀਂ ਲੋਕ ਇੱਥੇ ਸੀ ਤੇ ਉਹਨਾਂ ਵੱਲੋਂ ਪਥਰਾਵ ਬਹੁਤ ਜ਼ਿਆਦਾ ਬਰਸਾਤ ਸੀ ਪੂਰੀ ਉਹਨਾਂ ਦੀ ਪਥਰਾਵ ਦੀ। ਤੇ ਮਤਲਬ ਅਸੀਂ ਤਾਦਾਦ ਸਾਡੀ ਸੀ ਘੱਟ, ਉਹਨਾਂ ਦੀ ਤਾਦਾਦ ਸੀ ਬਹੁਤ ਜ਼ਿਆਦਾ। ਤੇ ਉਸ ਦਰਮਿਆਨ ਹੀ ਪੱਥਰ ਕਰਦੇ ਉਹ ਮੇਰੇ ਇੱਕ ਆ ਕੇ ਵੱਡਾ ਇੱਟ ਮੇਰੇ ਇੱਥੇ ਆ ਕੇ ਲੱਗੀ ਜਿਹਦੇ ਕਰਕੇ ਮੈਂ ਜ਼ਖਮੀ ਹੋ ਗਿਆ। ਫਿਰ ਮੈਂ ਪਿੱਛੇ ਨੂੰ ਥੋੜਾ ਹੋ ਗਿਆ। ਉਸ ਦਰਮਿਆਨ ਫਿਰ ਉਹਨਾਂ ਲੋਕਾਂ ਦਾ ਮਤਲਬ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਵੀ ਮਤਲਬ ਸਾਨੂਭੂਤੀ ਜਾਂ ਕੁਛ ਨਹੀਂ ਮਤਲਬ ਪ੍ਰੋਟੈਕਸ਼ਨ ਕੁਛ ਨਹੀਂ ਮਿਲਿਆ। ਉਸ ਦਾ ਨਤੀਜਾ ਇਹ ਹੋਇਆ ਕਿ ਉਹ ਬੰਦੇ ਇੱਥੋਂ ਤੱਕ ਘਰ ਦੇ ਬੂਹੇ ਤੱਕ ਪਹੁੰਚ ਕੇ ਸਾਡੇ ਗੁਰਦੁਆਰੇ ਉੱਤੇ ਉਹਨਾਂ ਦਾ ਅਟੈਕ ਕਰਨਾ ਉਹਨਾਂ ਦੱਸੀ। ਇਹ ਤੇ ਸ਼ਾਇਦ ਆਪ ਤੁਸੀਂ ਭਲੀ ਬਾਤੀ ਜਾਣਦੇ ਹੋ ਕਿ ਗੁਰਦੁਆਰੇ ਦੇ ਨਾਲ ਜਿਹੜੀ ਨਵੀਂ ਜ਼ਮੀਨ ਅਸੀਂ ਲਈ ਸੀ ਤੇ ਉਹ ਅਸੀਂ ਪੂਰਾ ਕਾਨੂੰਨ ਲੀਗਲੀ ਸਭ ਇੱਕ ਪੁਆਇੰਟ ਉੱਤੇ ਜਿੱਤ ਚੁੱਕੇ ਹਾਂ, ਲੇਕਿਨ ਉਸ ਦੇ ਬਾਵਜੂਦ ਸਾਨੂੰ ਨਿਰਮਾਣ ਕਾਰਜ ਕਰਨ ਤੋਂ ਬਾਰ-ਬਾਰ ਰੋਕਿਆ ਜਾਂਦਾ ਹੈ ਕਿਉਂਕਿ ਸਟੇਟ ਗਵਰਨਮੈਂਟ ਇਸ ਕੁਝ ਪੋਲੀਟੀਕਲ ਕਾਰਨ ਹੈਗੇ ਨੇ। ਭਾਈ ਸਾਹਿਬ ਜੀ ਕਿੰਨੇ ਲੋਕਾਂ ਨੂੰ ਜਿਹੜੀ ਸੱਟ ਲੱਗੀ ਆ, ਕਿੰਨੇ ਲੋਕੀ ਜ਼ਖਮੀ ਹੋਏ ਆ? ਦੇਖੋ ਵੀਰ ਜੀ ਮੇਰੇ ਨਾਲ ਜਦੋਂ ਮੈਂ ਇੰਜਰਡ ਹੋਇਆ ਤੇ ਮੇਰੇ ਹੱਥੋਂ ਹੱਥੀ ਨਾਲ ਹੀ ਮੇਰੇ ਫਰੈਂਡ ਮੇਰਾ ਸਾਹਮਣੇ ਗਲੀ 'ਚ ਰਹਿੰਦਾ, ਉਹਦੇ ਪੇਟ ਦੇ ਵਿੱਚ ਗੋਲੀ ਲੱਗੀ, ਉਹ ਇੱਥੇ ਗਿਰ ਗਿਆ। ਤੇ ਹਾਂ ਉੱਥੇ ਕੋਨੇ ਤੇ ਉਹਨਾਂ ਦਾ ਛੋਟਾ ਜਿਹਾ 15 ਸਾਲ ਦਾ ਮੁੰਡਾ ਸੀ, ਉਹਨੇ ਫਾਇਰ ਕੀਤਾ ਜਿੱਥੇ ਉਹ ਮਿਲਟਰੀ ਵਾਲਾ ਖਲੋਤਾ ਤੇ ਉੱਥੋਂ ਉਹਨੇ ਫਾਇਰ ਕੀਤਾ। ਇੱਥੇ ਹੀ ਜਾ ਕੇ ਉਹ ਲੜਕਾ ਮੇਰਾ ਫਰੈਂਡ ਉਹਦੇ ਪੇਟ ਹੀ ਗੋਲੀ ਲੱਗੀ, ਉਹ ਗਿਰ ਗਿਆ ਉੱਥੇ। ਤੇ ਹੋਰ ਦੋ ਜਦੋਂ ਮੈਂ ਹਸਪੀਟਲ ਪਹੁੰਚਿਆ ਉਹ ਮੇਰਾ ਫਰੈਂਡ ਪਹੁੰਚਿਆ ਸੀ, ਇਕੱਠੇ ਪਹੁੰਚਿਆ ਤੇ ਨਾਲ ਇੱਥੇ ਇੱਕ ਸਰਦਾਰ ਜੀ ਸਾਈਕਲ ਦੇ ਬਜ਼ੁਰਗ ਜੇ 65-70 ਸਾਲ ਦੇ ਹੈਗੇ ਸਨ, ਉਹ ਸਾਈਕਲ ਤੇ ਜਾ ਰਹੇ ਸਨ। ਉਹਨਾਂ ਨੂੰ ਨਹੀਂ ਪਤਾ ਕਿ ਮੈਨੂੰ ਕਿਉਂ ਮਾਰਦੇ ਪਏ ਨੇ, ਕਿਉਂ ਉੱਥੇ ਜਾ ਕੇ ਉਹ ਇਕੱਲੇ ਉਹਨਾਂ ਨੂੰ ਫੜ ਕੇ ਉਹਨਾਂ ਦੇ ਸਿਰ ਸਾਰ ਫੜਿਆ, ਛੁਰਾ ਛਾਰਾ ਮਾਰਿਆ ਉਹਨਾਂ ਨੂੰ। ਉਹ ਵੀ ਉੱਥੇ ਪਹੁੰਚੇ ਸੀ। ਮੇਰੇ ਨਾਲ ਅਸੀਂ 3 ਕੇਸ ਅਸੀਂ ਫਸਟ ਟਾਈਮ ਅਸੀਂ ਉੱਥੇ ਸਿਵਲ ਹਸਪੀਟਲ ਪਹੁੰਚੇ ਹਾਂ। ਇਹ ਹਸਪੀਟਲ ਦੇ ਵਿੱਚ ਤੁਹਾਨੂੰ ਟ੍ਰੀਟਮੈਂਟ ਵਗੈਰਾ ਦਿੱਤਾ ਗਿਆ ਵਾ ਕਿ? ਟ੍ਰੀਟਮੈਂਟ ਵੀ ਜੀ ਬਸ ਉੱਥੇ ਹਸਪੀਟਲ ਹੀ ਕੋਈ ਐਸਾ ਖਾਸ ਟ੍ਰੀਟਮੈਂਟ ਨਹੀਂ, ਪੌਣਾ ਘੰਟਾ ਅਸੀਂ ਉੱਥੇ ਬੈਠੇ ਰਹੇ, ਇੰਤਜ਼ਾਰ ਕਰਦੇ ਰਹੇ। ਕਦੀ ਉਹ ਆਪਣੀ ਫਾਰਮੈਲਿਟੀਜ਼ ਪੂਰੀ ਕਰਨ 'ਚ ਇੰਨਾ ਦੇਰ ਲਗਾਤੀ, ਹੁਣੇ ਆ ਰਹੇ ਆ ਜੀ ਡਾਕਟਰ ਆ ਰਹੇ ਆ, ਉਹ ਕਰਦੇ ਫਿਰ ਉਹ ਫਿਰ ਮੇਰੇ ਜੋ ਘਰੋਂ ਨਾਲ ਪਹੁੰਚੇ ਬੰਦੇ ਉਹਨਾਂ ਫਿਰ ਮੈਨੂੰ ਉੱਥੋਂ ਡਿਸਚਾਰਜ ਕਰਾ ਕੇ ਮੈਨੂੰ ਆਈ ਸਪੈਸ਼ਲਿਸਟ ਦੇ ਕੋਲ ਲੈ ਗਏ। ਤੇ ਉਹ ਆਈ ਸਪੈਸ਼ਲਿਸਟ ਨੇ ਚੈੱਕ ਕੀਤੀ ਮੇਰੀ ਅੱਖ ਪ੍ਰਾਈਵੇਟ, ਤੇ ਉਹਨਾਂ ਨੇ ਕਿਹਾ ਕਿ ਅੱਖ ਤੁਹਾਡੀ ਠੀਕ ਹੈਗੀ ਹੈ, ਸਵੈਲਿੰਗ ਥੋੜੀ ਉਤਰ ਜਾਏਗੀ ਕੁਝ ਦਿਨਾਂ ਬਾਅਦ। ਹੁਣ ਪ੍ਰਸ਼ਾਸਨ ਦਾ ਕਿਉਂਕਿ ਕਾਫੀ ਲੰਮਾ ਟਾਈਮ ਹੋ ਗਿਆ, ਸ਼ਾਮ ਦਾ ਟਾਈਮ ਹੋ ਚੁੱਕਿਆ, ਪ੍ਰਸ਼ਾਸਨ ਵੱਲੋਂ ਤੁਹਾਨੂੰ ਕੋਈ ਪੁੱਛਿਆ ਜਾ ਰਿਹਾ, ਕੋਈ ਤੁਹਾਡੇ ਕੋਲ ਮੈਡੀਕਲ ਸੁਵਿਧਾ ਜਾਂ ਕਿਸੇ ਤਰ੍ਹਾਂ ਦੀ ਔਰ ਮਦਦ ਜਾਂ ਕਿਸੇ ਤਰ੍ਹਾਂ ਦਾ ਭਰੋਸਾ ਜਤਾਇਆ ਜਾ ਰਿਹਾ ਵਾ? ਜੀ ਦੇਖੋ ਜੀ ਪ੍ਰਸ਼ਾਸਨ ਵੱਲੋਂ ਅਜੇ ਕੋਈ ਵੀ ਮਤਲਬ ਕੋਈ ਐਸੀ ਕੋਈ ਮਤਲਬ ਜਿਸ ਤਰ੍ਹਾਂ ਕੋਈ ਸਾਨੂਭੂਤੀ ਵਾਲੀ ਗੱਲ ਹੈ ਉਹ ਜੇ ਕੁਝ ਦੇਖਣ ਨੂੰ ਨਹੀਂ ਮਿਲ ਰਹੀ ਹੈ। ਤੇ ਇਹ ਪੋਲੀਟੀਕਲ ਇਸ਼ੂ ਹੈ ਸੰਘੀ ਮਾਇਨਿਆਂ ਵਿੱਚ, ਕਿਉਂਕਿ ਇਹਨਾਂ ਦਾ ਜਿਹੜਾ ਵੱਡਾ ਨੇਤਾ ਹੈਗਾ ਉਹਦਾ
ਮਤਲਬ ਇਹ ਉਸੇ ਨੇ ਹੀ ਜ਼ਿਆਦਾ ਮਤਲਬ ਜ਼ਿਆਦਾ ਭੜਕਾਊ ਭਾਸ਼ਣ ਦੇ ਕੇ ਆਪਣੇ ਮੁਸਲਮਾਨਾਂ ਨੂੰ ਉਕਸਾਇਆ। ਜੋ ਵੀ ਅਜੇ ਵੀ ਉਹ ਬਿਆਨਬਾਜ਼ੀ ਗਲਤ ਕਰ ਰਿਹਾ ਹੈ, ਲੇਕਿਨ ਗਵਰਨਮੈਂਟ ਵੱਲੋਂ ਇਹ ਨਹੀਂ ਕਿ ਉਸ ਬੰਦੇ ਨੂੰ ਅਰੈਸਟ ਨਹੀਂ ਕਰ ਪਾ ਰਹੀ। ਉਸ ਬੰਦੇ ਨੇ ਵੱਡੇ ਵੱਡੇ ਨੇਤਾਵਾਂ ਬਾਰੇ ਬੜਾ ਗਲਤ ਬੋਲਿਆ ਹੈ, ਲੇਕਿਨ ਜੋ ਵੀ ਹੈ ਮਤਲਬ ਅਜੇ ਤੱਕ ਕੁਝ ਵੀ ਮਤਲਬ ਉਹਦੇ ਬਾਰੇ ਕੁਝ ਨਹੀਂ, ਨਾ ਕੋਈ ਉਹਨੂੰ ਅਰੈਸਟ ਕੀਤਾ ਗਿਆ ਨਾ ਕੁਝ। ਉਹ ਇਸ ਦਰਮਿਆਨ ਬਾਕੀ ਪ੍ਰੋਟੈਕਸ਼ਨ ਦੀ ਗੱਲ ਹੈ ਤੇ ਜੇ ਮਿਲਟਰੀ ਆ ਚੁੱਕੀ ਹੈ, ਸਾਰੀ ਫੋਰਸ ਇਸ ਵੇਲੇ ਸ਼ਾਂਤੀ ਬਣੀ ਹੋਈ ਹੈ, ਲੇਕਿਨ ਮਾਹੌਲ ਕੁਝ ਕੀ ਕਰਵਟ ਲੈ ਲੈ ਕੁਝ ਕਿਹਾ ਨਹੀਂ ਜਾ ਸਕਦਾ। ਬਿਲਕੁਲ, ਇਹ ਸੀ ਗੁਰਵਿੰਦਰ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਉਹਨਾਂ ਤੇ ਵੀ ਸੱਟ ਲੱਗੀ ਹੋਈ ਆ, ਅੱਖ ਦੇ ਉੱਪਰ ਸੱਟ ਲੱਗੀ ਹੋਈ ਆ। ਹੋਰ ਵੀ ਇਹਨਾਂ ਦੇ ਨਾਲ ਜਿਹੜੇ 2-3 ਵੀਰ ਭਰਾ ਜਿਹੜੇ ਸੀ ਇਹਨਾਂ ਦੇ ਲਾਗੇ ਸੀ ਜਿਹੜੇ ਜਿਨ੍ਹਾਂ ਨੂੰ ਕਾਫੀ ਸੱਟਾਂ ਲੱਗੀਆਂ ਵਾ। ਬਿਲਕੁਲ ਮੈਂ ਇਸ ਟਾਈਮ ਤੁਹਾਨੂੰ ਦਿਖਾ ਦਵਾਂ, ਬਿਲਕੁਲ ਇਹ ਉਹ ਰੋਡ ਹੈਗੀ ਜੇ ਬਿਲਕੁਲ ਜਦੋਂ ਅਸੀਂ ਸਹਾਰਨਪੁਰ ਅਸੀਂ ਐਂਟਰ ਕਰਦੇ ਹਾਂ, ਐਂਟਰ ਦੇ ਵਿੱਚੋਂ ਇੱਕ ਚੌਂਕ ਪੈਂਦਾ, ਚੌਂਕ ਦੇ ਵਿੱਚੋਂ ਬਿਲਕੁਲ ਇਹ ਜਿਹੜਾ ਰੋਡ ਹੈਗਾ ਵਾ ਇਹ ਗੁਰਦੁਆਰੇ ਸਾਹਿਬ ਨੂੰ ਆਇਆ ਜਾਂਦਾ ਵਾ। ਅਸੀਂ ਬਿਲਕੁਲ ਉਸ ਰੋਡ ਦੇ ਉੱਪਰ ਮੌਜੂਦ ਹੈ। ਇਸ ਰੋਡ ਦੇ ਉੱਪਰ ਸਵੇਰੇ ਜਦੋਂ ਅਸੀਂ ਆਏ ਸੀ ਉਦੋਂ ਬਹੁਤ ਵੱਡੀ ਤਾਦਾਦ ਤੇ ਜਿਹੜੇ ਰੋੜੇ ਵਗੈਰਾ ਪਏ ਸੀ। ਹੁਣ ਪੈਰਾਮਿਲਟਰੀ ਜਿੱਦਾਂ ਲਾਈ ਗਈ ਹੈ ਸਵੇਰ ਦੀ ਇੱਥੇ, ਕਿਉਂਕਿ ਕਰਫਿਊ ਇੱਥੇ ਲੱਗਾ ਹੋਇਆ ਵਾ। ਬਿਲਕੁਲ ਕਿਸੇ ਵੀ ਤਰ੍ਹਾਂ ਦੇ ਲੋਕ ਜਿਹੜੇ ਹੈਗੇ ਆ ਇਸ ਏਰੀਆ ਦੇ ਵਿੱਚ, ਇਸ ਇਲਾਕੇ ਦੇ ਵਿੱਚ ਬਿਲਕੁਲ ਨਹੀਂ ਆ ਰਹੇ। ਇਹ ਹੈ ਕਿ ਕਿਸੇ ਥੋੜੇ ਟਾਈਮ ਦੇ ਵੱਲੋਂ ਥੋੜੀ ਜਿਹੀ ਢਿੱਲ ਦਿੱਤੀ ਗਈ ਸੀ, ਕਿਉਂਕਿ ਕਰਫਿਊ ਦੇ ਵਿੱਚ ਬਿਲਕੁਲ ਢਿੱਲ ਦਿੱਤੀ ਜਾਂਦੀ ਥੋੜੀ ਬਹੁਤੀ, ਕਿਉਂਕਿ ਲਾਗੇ ਜਾ ਕੇ ਜਿਹੜੇ ਖਾਣ ਪੀਣ ਦੀਆਂ ਸਮਾਨ ਵਗੈਰਾ ਜਾਂ ਕੁਝ ਲਿਆਉਣ, ਪਰ ਦੁਕਾਨਾਂ ਬਿਲਕੁਲ ਕਿਉਂਕਿ ਦਾਸ ਬਿਲਕੁਲ ਘੁੰਮ ਕੇ ਵੇਖ ਚੁੱਕਾ, ਕਿਸੇ ਵੀ ਤਰ੍ਹਾਂ ਦੀ ਦੁਕਾਨ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਾਰਕੀਟ ਬਿਲਕੁਲ ਬੰਦ ਕੀਤੀ ਗਈ ਆ। ਸਿਰਫ ਇਹੀ ਬਹੁਤ ਵੱਡੇ ਤਾਦਾਦ ਤੇ ਜਿੱਦਾਂ ਪੈਰਾਮਿਲਟਰੀ ਅਤੇ ਫੋਰਸ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਬਾਰ-ਬਾਰ ਰਾਉਂਡ ਕੀਤੀ ਜਾ ਰਹੀ ਆ। ਬਿਲਕੁਲ ਅਸੀਂ ਤੁਹਾਡੇ ਨਾਲ ਬਿਲਕੁਲ ਬਣੇ ਰਵਾਂਗੇ। ਬਿਲਕੁਲ ਇੱਕ ਵਾਰੀ ਫਿਰ ਮੈਂ ਦਲਜੀਤ ਸਿੰਘ ਨੂੰ ਦੱਸ ਦਵਾਂਗਾ ਕਿ ਤੁਸੀਂ ਕੈਮਰਾ ਬਿਲਕੁਲ ਪਿੱਛੇ ਤੱਕ ਲੈ ਕੇ ਜਾਓ, ਕਿਉਂਕਿ ਜਿੱਥੋਂ ਤੱਕ ਸਾਡੇ ਕੈਮਰੇ ਦੀ ਨਿਗਾਹ ਜਾ ਰਹੀ ਹੈ ਬਿਲਕੁਲ ਇਸ ਟਾਈਮ ਕਿਸੇ ਵੀ ਤਰ੍ਹਾਂ ਦਾ ਪਰਸਨ ਜਿਹੜਾ ਹੈਗਾ ਨਹੀਂ ਹੈਗਾ। ਪੈਰਾਮਿਲਟਰੀ ਇਸ ਟਾਈਮ ਤੈਨਾਤ ਹੈਗੀ ਆ। ਬਿਲਕੁਲ ਅਸੀਂ ਹੁਣ ਦਲਜੀਤ ਸਿੰਘ ਐਡਵੋਕੇਟ ਜੋ ਕਿ ਇੱਥੇ ਸਵੇਰ ਤੋਂ ਸਾਡੇ ਨਾਲ ਬਣੇ ਹੋਏ ਆ, ਸਾਡੇ ਨਾਲ ਗੱਲਬਾਤ ਚੱਲ ਰਹੀ ਆ। ਦਲਜੀਤ ਸਿੰਘ ਜੀ, ਅਸੀਂ ਫੇਰ ਸਿੱਖ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਲਜੀਤ ਸਿੰਘ ਜੀ, ਜਿੱਦਾਂ ਕਿ ਇਸ ਟਾਈਮ ਸਿੰਘ ਸਾਹਿਬ ਜਥੇਦਾਰ ਸਾਹਿਬ ਵੀ ਹੋ ਕੇ ਗਏ ਆ, ਤੁਹਾਨੂੰ ਬੜੇ ਪਿਆਰ ਦੇ ਨਾਲ ਉਹਨਾਂ ਦੇ ਨਾਲ ਸਿੰਘ ਵੀ ਜਿਹੜੇ ਆਏ ਸੀ ਇੱਥੇ, ਬਿਲਕੁਲ ਪਿਆਰ ਨਾਲ ਤੁਹਾਡੀ ਗੱਲ ਵੀ ਸੁਣੀ ਗਈ ਆ। ਇਹ ਕੀ ਤੁਹਾਨੂੰ ਭਰੋਸਾ ਦੇ ਕੇ ਗਏ ਭਾਈ ਸਿੰਘ ਸਾਹਿਬ ਜੀ? ਐਕਚੁਅਲੀ ਸਿੰਘ ਸਾਹਿਬ ਆਏ ਨੇ, ਉਹਨਾਂ ਨਾਲ ਪਰਮਜੀਤ ਸਿੰਘ ਜੀ ਖਾਲਸਾ ਜੀ ਸੀ। ਉਹਨਾਂ ਨੇ ਕਿਹਾ ਕਿ ਜਿਹੜਾ ਸਾਡਾ ਧਰਮ ਹੈਗਾ ਵੇ ਉਹ ਇਹ ਨਹੀਂ ਬੈਰ ਵਿਰੋਧ ਨਹੀਂ ਸਿਖਾਉਣਾ ਚਾਹੁੰਦਾ, ਔਰ ਨਾ ਹੀ ਇਹ ਸਿਖਾਉਂਦਾ ਸਾਡਾ ਧਰਮ ਕਿ ਕਿਸੇ ਦੂਜੇ ਧਰਮ ਨੂੰ क्षति ਪਹੁੰਚਾਈ ਜਾਏ। ਉਹਨਾਂ ਨੇ ਬੜਾ ਕਲੀਅਰਲੀ ਡਿਫਾਈਨ ਕੀਤਾ ਹੈ ਕਿ ਜਿਹੜਾ ਆਦਮੀ ਇਸ ਤਰ੍ਹਾਂ ਦੇ ਕਮਿਊਨਲ ਪੰਗੇ ਕਰਦਾ ਹੈ, ਕਮਿਊਨਲ ਰਾਈਟਸ ਕਰਦਾ ਹੈਗਾ, ਉਹ ਕਿਸੇ ਧਰਮ ਦਾ ਨਹੀਂ ਹੋ ਸਕਦਾ, ਉਹ ਕੇਵਲ ਔਰ ਕੇਵਲ ਅਪਰਾਧੀ ਹੁੰਦਾ ਹੈ। ਉਹਦੀ ਜਗ੍ਹਾ ਸਮਾਜ ਵਿੱਚ ਨਹੀਂ ਹੁੰਦੀ ਔਰ ਉਹ ਆਦਮੀ ਸਲਾਖਾਂ ਦੇ ਪਿੱਛੇ ਹੋਣਾ ਚਾਹੀਦਾ ਹੈਗਾ। ਉਹਨਾਂ ਨੇ ਬਿਲਕੁਲ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਅਸੀਂ ਪ੍ਰਸ਼ਾਸਨ ਨੂੰ ਟਾਈਟ ਕਰਕੇ ਜਾਵਾਂਗੇ ਔਰ ਪ੍ਰਦੇਸ਼ ਸਰਕਾਰ ਨਾਲ ਵੀ ਗੱਲ ਕਰਾਂਗੇ ਔਰ ਸਾਰਾ ਅਪਡੇਟ ਬਾਦਲ ਜੀ ਨੂੰ ਦੇਵਾਂਗੇ, ਸੁਖਬੀਰ ਸਿੰਘ ਬਾਦਲ ਜੀ ਨੂੰ ਦੇਵਾਂਗੇ ਕਿ ਇੱਥੋਂ ਦੇ ਸਿੱਖ ਜਿਹੜੇ ਹੈਗੇ ਨੇ ਬਿਲਕੁਲ ਸ਼ਾਂਤੀ ਪ੍ਰਿय ਹੈਗੇ ਨੇ ਔਰ ਕੋਈ ਸਟੈਪ ਉਹਨਾਂ ਵੱਲੋਂ ਐਸਾ ਨਹੀਂ ਲਿਆ ਗਿਆ ਜਿਹਦੇ ਨਾਲ ਵਾਇਲੈਂਸ ਹੁੰਦਾ ਹੋਵੇ ਕਿਸੇ ਕਾਨੂੰਨ ਦਾ, ਕਿਸੇ ਆਈਪੀਸੀ ਦੀ ਧਾਰਾ ਦਾ। ਔਰ ਬੜੇ ਸਪਸ਼ਟ ਸ਼ਬਦਾਂ ਵਿੱਚ ਉਹਨਾਂ ਨੇ ਇਹ ਗੱਲ ਆਖੀ ਸਾਨੂੰ ਕਿ ਤੁਸੀਂ ਕੋਸ਼ਿਸ਼ ਕਰੋ ਕਿ ਪ੍ਰਸ਼ਾਸਨ ਦਾ ਸਾਥ ਦਿਓ, ਅਮਨ ਸ਼ਾਂਤੀ ਬਣਾਏ ਰੱਖੋ ਔਰ ਭਾਈਚਾਰਾ ਕਾਇਮ ਰੱਖੋ। ਦਲਜੀਤ ਸਿੰਘ ਜੀ, ਜਿੱਦਾਂ ਕਿ ਸਵੇਰੇ ਇੱਕ ਪ੍ਰੈਸ ਕਾਨਫਰੰਸ ਮੁਸਲਿਮ ਭਾਈਚਾਰੇ ਵੱਲੋਂ ਕੀਤੀ ਗਈ ਹੈ ਜਿਹਦੇ ਵਿੱਚ ਉਹਨਾਂ ਨੇ ਸ਼ਾਂਤੀ ਬਣਾਉਣ ਦਾ ਜਿਹੜਾ ਉਹ ਮੁੱਦਾ ਉਹ ਵਿੱਚ ਰੱਖਿਆ ਸੀ, ਕੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਅਸੀਂ ਤੇ ਸ਼ੁਰੂ ਤੋਂ ਕਹਿ ਰਹੇ ਹਾਂ, ਅਸੀਂ ਤੇ ਚਾਹੁੰਦੇ ਹਾਂ ਕਿ ਅਮਨ ਭਾਈਚਾਰਾ ਕਾਇਮ ਰਹੇ ਔਰ ਸਹਾਰਨਪੁਰ ਦਾ ਇਤਿਹਾਸ ਕਹਿੰਦਾ ਹੈ ਕਿ ਇੱਥੇ ਕਮਿਊਨਲ ਹਾਰਮੋਨੀ ਹਮੇਸ਼ਾ ਬਣੀ ਰਹੀ ਹੈਗੀ ਹੈ। ਗੰਗਾ ਜਮਨੀ ਤਹਿਜੀਬ ਦਾ ਸ਼ਹਿਰ ਹੈਗਾ ਸਹਾਰਨਪੁਰ, ਇੱਥੇ ਕਲਚਰਲ ਪ੍ਰੋਗਰਾਮ ਵੀ ਬਹੁਤ ਹੁੰਦੇ ਹੈਗੇ ਨੇ ਔਰ ਸਾਡਾ ਮੁਸਲਮਾਨ ਭਰਾਵਾਂ ਨਾਲ ਬੜਾ ਹੀ ਉੱਠਣਾ ਬੈਠਣਾ ਹੈਗਾ। ਇੱਥੇ ਅਸੀਂ ਇੱਕ ਦੂਜੇ ਦੇ ਪੂਰਕ ਹੈਗੇ ਆ ਇੱਥੇ, ਲੇਕਿਨ ਕੁਝ ਸਿਰਫਿਰੇ ਐਸੇ ਕ੍ਰਿਮੀਨਲ ਲੋਕ ਹਰ ਕਮਿਊਨਿਟੀ 'ਚ ਹੁੰਦੇ ਹੈਗੇ ਨੇ ਜਿਹੜੇ ਆਬੋ ਹਵਾ ਨੂੰ ਖਰਾਬ ਕਰਦੇ ਨੇ ਔਰ ਪੂਰੇ ਸ਼ਹਿਰ ਨੂੰ ਅੱਗੇ ਝੋਕ ਦਿੱਤਾ ਇਸ ਬੰਦੇ ਨੇ। ਇੱਕ ਬੰਦਾ ਕੇਵਲ ਹੈਗਾ ਔਰ ਉਸ ਆਦਮੀ ਨੇ ਇਹ ਕੰਮ ਕੀਤਾ ਹੈਗਾ ਔਰ ਉਹਦੀ ਵਜ੍ਹਾ ਨਾਲ ਪੂਰੇ ਸਹਾਰਨਪੁਰ ਵਿੱਚ ਔਰ ਸਿੱਖ ਕਮਿਊਨਿਟੀ ਔਰ ਮੌਮਡਨ ਸਿੱਖ ਵਿੱਚ ਇੱਕ ਖਾਈ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਲੇਕਿਨ
ਮੁਸਲਮਾਨਾਂ ਦੇ ਵੀ ਮੌਜੀ ਲੋਕ ਔਰ ਸਿੱਖਾਂ ਦੇ ਮੌਜੀ ਲੋਕ ਆਪਸ ਵਿੱਚ ਬੈਠ ਕੇ ਇਸ ਖਾਈ ਨੂੰ ਭਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਅਸੀਂ। ਤੁਹਾਡਾ ਕਹਿਣ ਦਾ ਮਤਲਬ ਕਿ ਪੋਲੀਟੀਕਲ ਮਾਮਲਾ ਜਿਹੜਾ ਇਹ ਬਿਲਕੁਲ ਦੋਵਾਂ ਭਾਈਚਾਰਿਆਂ ਦਾ ਕੋਈ ਲੜਾਈ ਝਗੜਾ ਨਹੀਂ ਸੀ, ਕਿਉਂਕਿ ਪੋਲੀਟੀਕਲ ਮਾਮਲੇ ਦੇ ਤੌਰ ਤੇ ਜਿਹੜੀ ਲੜਾਈ ਦਾ ਜਿਹੜਾ ਰੂਪ ਜਿਹੜੀ ਹੈਗੀ ਬਹੁਤ ਵੱਡੇ ਤਾਦਾਦ ਦੇ ਦੰਗਿਆਂ ਦੇ ਵਿੱਚ ਹੋ ਗਿਆ। ਐਕਚੁਅਲੀ ਕੀ ਹੁੰਦਾ ਹੈਗਾ, ਦੰਗਾ ਭੜਕਾਉਣ ਵਾਲੇ ਕਿਸ ਮੈਂਟੈਲਿਟੀ ਨਾਲ ਆਉਂਦੇ ਨੇ, ਕਿਹਦੇ ਇਸ਼ਾਰੇ ਤੇ ਆਉਂਦੇ ਨੇ, ਆਮ ਪਬਲਿਕ ਨੂੰ ਨਹੀਂ ਪਤਾ ਹੁੰਦਾ। ਜਿਹੜਾ ਆਦਮੀ ਸਵੇਰੇ 4 ਵਜੇ ਆ ਕੇ ਇੱਥੇ ਇੱਟ ਪੱਥਰ ਪਥਰਾਓ ਕਰੇ ਔਰ ਨਮਾਜ਼ ਦੇ ਦੌਰਾਨ ਰੋਜ਼ੇਦਾਰਾਂ ਨੂੰ ਨਾਲ ਲੈ ਕੇ ਆਵੇ, ਹੁਣ ਰੋਜ਼ੇਦਾਰਾਂ ਨੂੰ ਮੈਂ ਨਹੀਂ ਸਮਝਦਾ ਕਿ ਪਤਾ ਹੋਏਗਾ ਕਿ ਮਾਮਲਾ ਕੀ ਹੈ। ਧਰਮ ਦੇ ਨਾਂ ਤੋਂ ਭੜਕਾ ਕੇ ਬ੍ਰੇਨ ਵਾਸ਼ ਕਰਕੇ ਲੋਕਾਂ ਨੂੰ ਲਿਆਣਾ ਔਰ ਕਿਸੇ ਦੂਜੇ ਧਾਰਮਿਕ ਸਥਲ ਤੇ ਆ ਕੇ ਪਥਰਾਓ ਕਰਨਾ ਕਿਸੇ ਵੀ ਤਰੀਕੇ ਨਾਲ ਸ਼ੋਭਾ ਨਹੀਂ ਦਿੰਦਾ। ਔਰ ਕੋਈ ਧਰਮ ਇਹ ਨਹੀਂ ਕਹਿੰਦਾ ਕਿ ਕਿਸੇ ਦੂਜੇ ਧਰਮ ਨੂੰ क्षति ਪਹੁੰਚਾਈ ਜਾਵੇ, ਲੇਕਿਨ ਕੁਝ ਸਿਰਫਰੇ ਹਰ ਕਮਿਊਨਿਟੀ 'ਚ ਹੁੰਦੇ ਹੈਗੇ ਨੇ। ਉਸ ਬੰਦੇ ਨੇ ਇੱਥੇ ਆ ਕਰ ਇਹ ਪਥਰਾਓ ਕਰਨ ਤੋਂ ਬਾਅਦ, ਉਸ ਤੋਂ ਬਾਅਦ ਜਦ ਲੋਕਾਂ ਨੂੰ ਪਤਾ ਲੱਗਿਆ ਵੀ ਇਹ ਗੱਲ ਹੋਈ ਹੈਗੀ ਹੈ, ਤੇ ਬਹੁਤ ਸਾਰੇ ਮੁਸਲਿਮ ਭਰਾਵਾਂ ਦੇ ਫੋਨ ਆਏ ਨੇ ਕਿ ਬਹੁਤ ਗਲਤ ਹੋਇਆ ਹੈਗਾ ਔਰ ਐਸੇ ਸ਼ਖਸ ਤੇ ਬੜੀ ਕੜੀ ਕਾਰਵਾਈ ਹੋਣੀ ਚਾਹੀਦੀ ਹੈ, ਐਸਾ ਮੁਸਲਮਾਨ ਭਾਈ ਵੀ ਕਹਿ ਰਹੇ ਨੇ। ਭਾਈ ਸਾਹਿਬ ਜੀ, ਜਿੱਦਾਂ ਕਿ ਸਿੰਘ ਸਾਹਿਬ ਜੀ ਇੱਥੇ ਆਏ, ਤੁਹਾਨੂੰ ਬਹੁਤ ਉਹਨਾਂ ਨੇ ਮਦਦ ਵਾਸਤੇ ਮਤਲਬ ਕਿ ਪੂਰਾ ਆਸ਼ਵਾਸਨ ਦਿੱਤਾ ਕਿ ਹਰ ਤਰ੍ਹਾਂ SGPCA ਦੇ ਜਥੇਦਾਰ ਸਾਹਿਬ ਜਿਹੜੇ ਉਹ ਆਪ ਜੀ ਦੇ ਨਾਲ ਆ, ਪੂਰੀ ਸੰਗਤ ਜਿਹੜੀ ਹੈ ਬਿਲਕੁਲ ਤੁਹਾਡੇ ਨਾਲ ਆ। ਕੀ ਜਥੇਦਾਰ ਸਾਹਿਬ ਦੇ ਨਾਲ ਪ੍ਰਸ਼ਾਸਨ ਦਾ ਮੇਲ ਹੋਇਆ, ਉਹਨਾਂ ਨੇ ਗੱਲਬਾਤ ਕੀਤੀ ਕੋਈ? ਪ੍ਰਸ਼ਾਸਨ ਦਾ ਰੂਬਰੂ ਮੇਲ ਨਹੀਂ ਹੋਇਆ, ਟੈਲੀਫੋਨ ਦੇ ਰਾਹੀਂ ਗੱਲ ਕੀਤੀ ਗਈ ਸੀ। DM ਮਹੋਦਿਆ ਨੇ ਗੱਲ ਕੀਤੀ ਸੀ। DM ਸੰਧਿਆ ਤਿਵਾਰੀ ਸਹਾਰਨਪੁਰ ਚ ਹੈਗੀ ਹੈ ਪ੍ਰਸ਼ਾਸਨਿਕ ਅਧਿਕਾਰੀ, DM ਡਿਸਟ੍ਰਿਕਟ ਮੈਜਿਸਟ੍ਰੇਟ। ਉਹਨੇ ਆਸ਼ਵਾਸਨ ਦਿੱਤਾ ਹੈ ਕਿ ਕਿਸੇ ਤਰੀਕੇ ਦੀ ਅੱਗੇ ਕੋਤਾਹੀ ਨਹੀਂ ਹੋਏਗੀ, ਬਿਲਕੁਲ ਸ਼ਾਂਤੀ ਔਰ ਭਾਈਚਾਰਾ ਬਣਾਇਆ ਰੱਖਿਆ ਜਾਏਗਾ, ਅਮਨ ਹਰ ਸੂਰਤ ਵਿੱਚ ਜਾਰੀ ਕੀਤਾ ਜਾਏਗਾ, ਬਿਲਕੁਲ ਕੋਈ ਪ੍ਰੋਬਲਮ ਇੱਥੇ ਨਹੀਂ ਆਏਗੀ। ਐਸਾ ਆਸ਼ਵਾਸਨ ਉਹਨਾਂ ਨੇ ਲੋਕਲ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਨੇ ਸਾਡੇ ਜਥੇਦਾਰ ਸਾਹਿਬ ਨੂੰ ਦਿੱਤਾ ਹੈਗਾ। ਲਾਸਟ ਵਿੱਚ ਐਡਵੋਕੇਟ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਿਹੜੇ ਵੀਰ ਸਾਡੇ ਜ਼ਖਮੀ ਹੋਏ ਆ, ਕਿਉਂਕਿ ਜਿਹਦੇ ਵਿੱਚ ਇੱਕ ਹਿੰਦੂ ਵੀਰ ਜਿਹੜਾ ਹੈਗਾ ਉਹਦੀ ਡੈਥ ਹੋ ਗਈ, ਚੜਾਈ ਕਰ ਗਿਆ ਵਾ, ਉਸ ਤੋਂ ਬਾਅਦ ਇੱਕ ਪੁਲਿਸ ਵਾਲਾ ਵੀਰ ਜਿਹੜਾ ਹੈਗਾ ਉਹ ਵੀ ਇੱਕ ਸ਼ਹੀਦ ਹੋ ਗਿਆ ਵਾ। ਉਸ ਤੋਂ ਇਲਾਵਾ ਜਿਹੜੇ ਹੋਰ ਵੀਰ ਸਾਡੇ ਜਿਹੜੇ ਹੈਗੇ ਆ ਜਿਹੜੇ ਜ਼ਖਮੀ ਹੋਏ ਆ, ਕੀ ਉਹਨਾਂ ਦੀ ਹਾਲਾਤ ਇਸ ਟਾਈਮ ਕਿਦਾਂ ਦੀ ਹੈ? ਜਿਹੜਾ ਆਫੀਸ਼ੀਅਲ ਨਿਊਜ਼ ਸਾਡੇ ਕੋਲ ਹੈਗੀ ਹੈ ਕਿ 3 ਕੈਜੁਅਲਟੀਜ਼ ਹੈਗੀਆਂ ਨੇ, ਜਿਹਦੇ ਪੁਲਿਸ ਵਾਲੇ ਦੀ ਕੈਜੁਅਲਟੀ ਨਹੀਂ ਹੈਗੀ, ਜ਼ਖਮੀ ਹੈਗਾ। ਔਰ ਮੇਰਾ ਇਹ ਮੰਨਣਾ ਹੈ ਕਿ ਜਿਹੜੇ ਸਾਈਦਾਰੀ ਵੀਰ ਜਿਹੜਾ ਜ਼ਖਮੀ ਜਿਹੜਾ ਸ਼ਹੀਦ ਹੋਇਆ ਹੈ, ਜਿਹੜਾ ਚੜਾਈ ਕਰ ਗਿਆ ਹੈ, ਉਹਨੂੰ ਗੋਲੀ ਮਾਰੀ ਗਈ ਹੈ ਸਟਾ ਕੇ ਸਿਰ ਤੇ। ਮੋਟਰਸਾਈਕਲ ਤੇ ਬਾਈਕ ਤੇ 2 ਬੰਦੇ ਆਏ ਨੇ, ਆਪਣੇ ਘਰ ਜਾ ਰਹੇ ਸੀ, ਉਹਨੂੰ ਪਤਾ ਲੱਗਾ ਸ਼ਹਿਰੀ ਝਗੜਾ ਹੋ ਗਿਆ, ਆਪਣੇ ਘਰ ਜਾ ਰਿਹਾ ਸੀ, ਮੋਟਰਸਾਈਕਲ ਤੇ 2 ਬੰਦੇ ਆਏ ਨੇ, ਸਕੂਟਰ ਤੇ ਉਹਦੇ ਨਾਲ ਸਿਰ ਤੇ ਗੋਲੀ ਉਹਨੂੰ ਮਾਰੀ ਗਈ ਹੈਗੀ ਹੈ। ਲੇਕਿਨ ਉਸ ਤੋਂ ਬਾਵਜੂਦ ਵੀ ਬੜਾ ਸੰਯਮ ਸਹਾਰਨਪੁਰ ਦੇ ਲੋਕਾਂ ਨੇ ਵਰਤਿਆ ਹੈਗਾ। ਲੇਕਿਨ ਕੁਝ ਜਿਹੜੇ ਇਲਾਕੇ ਹੈਗੇ ਨੇ ਉਹਨਾਂ ਨੇ ਪੂਰੀ ਤਰ੍ਹਾਂ ਤਹਿਸ-ਨਹਿਸ ਕਰ ਦਿੱਤਾ ਦੂਜੀ ਕਮਿਊਨਿਟੀ ਦੇ ਲੋਕਾਂ ਨੇ, ਜੋ ਕਿ ਨਹੀਂ ਹੋਣਾ ਚਾਹੀਦਾ ਸੀ। ਲੇਕਿਨ ਹਰ ਕੌਮ ਵਿੱਚ ਕੁਝ ਐਸੇ ਲੋਕ ਹੁੰਦੇ ਨੇ ਜਿਹੜੇ ਲੁੱਟ-ਪਾਟ ਤੇ ਔਰ ਇਸ ਟਾਈਪ ਦੇ ਲੋਕਾਂ ਦੇ ਕੰਮਾਂ ਤੇ ਵਿਸ਼ਵਾਸ ਕਰਦੇ ਹੈਗੇ ਨੇ। ਐਸੇ ਲੋਕਾਂ ਨੂੰ ਸਾਨੂੰ DM ਨੇ, SSP ਨੇ, DIG ਨੇ ਆਸ਼ਵਾਸਨ ਦਿੱਤਾ ਹੈ ਕਿ ਐਸੇ ਲੋਕਾਂ ਨੂੰ ਚਿੰਨ੍ਹਿਤ ਕਰਕੇ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਏਗੀ। ਹੁਣੇ ਅਸੀਂ ਮੀਟਿੰਗ ਤੋਂ ਆਏ ਹੈਗੇ, ਐਡਮਿਨਿਸਟ੍ਰੇਸ਼ਨ ਦੀ ਮੀਟਿੰਗ ਹੁਣੇ ਚੱਲ ਰਹੀ ਸੀ। ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਕਿ 1 ਜਾਂ 2 ਦਿਨ ਦੇ ਅੰਦਰ ਧਰ ਪਕੜ ਦੀ ਕਾਰਵਾਈ ਕੀਤੀ ਜਾਏਗੀ ਔਰ ਪੂਰੇ ਕੇਸ ਨੂੰ ਇਨਵੈਸਟੀਗੇਟ ਕਰਕੇ ਦੋਸ਼ੀਆਂ ਦੇ ਖਿਲਾਫ ਕੜੀ ਕਾਰਵਾਈ ਕੀਤੀ ਜਾਏਗੀ। ਬਿਲਕੁਲ ਇਹ ਸੀ ਐਡਵੋਕੇਟ ਜਿਨ੍ਹਾਂ ਨੇ ਸਾਨੂੰ ਇਹ ਜਾਣਕਾਰੀ ਦਿੱਤੀ ਕਿ ਬਿਲਕੁਲ ਜਿਹੜਾ ਪੁਲਿਸ ਪ੍ਰਸ਼ਾਸਨ ਅਤੇ ਇੱਥੋਂ ਦਾ ਜਿੰਨਾ ਵੀ ਪ੍ਰਸ਼ਾਸਨ ਹੈਗਾ ਵਾ ਉਹ ਇਸ ਚੀਜ਼ ਦੀ ਕੜੀ ਨਿਗਾਹ ਰੱਖ ਲਿਆ ਵਾ ਕਿ ਜਿਹੜਾ ਵੀ ਦੋਸ਼ੀ ਹੋਏਗਾ ਉਹਨੂੰ ਜਿਹੜੀ ਸਜ਼ਾ ਉਹ ਜ਼ਰੂਰ ਮਿਲੇਗੀ। ਬਿਲਕੁਲ ਅਸੀਂ ਇੱਕ ਵਾਰੀ ਫੇਰ ਅਸੀਂ ਉਸ ਜਗ੍ਹਾ ਤੇ ਆ ਗਏ ਜਿੱਥੇ ਦੁਕਾਨਾਂ ਸੜੀਆਂ ਗਈਆਂ, ਦੁਕਾਨਾਂ ਸਾੜੀਆਂ ਗਈਆਂ, ਬਹੁਤ ਵੱਡੀ ਤਾਦਾਦ ਤੇ ਦੁਕਾਨਾਂ ਲੁੱਟੀਆਂ ਵੀ ਗਈਆਂ, ਉਸ ਤੋਂ ਬਾਅਦ ਦੁਕਾਨਾਂ ਸਾੜੀਆਂ ਗਈਆਂ। ਬਿਲਕੁਲ ਇਸ ਟਾਈਮ ਮੈਂ ਬਿਲਕੁਲ ਉਸ ਜਗ੍ਹਾ ਤੇ ਖਲੋਤਾ ਜਿਹੜੀਆਂ ਦੁਕਾਨਾਂ ਸੜੀਆਂ ਸੀ ਉਹਨਾਂ ਦੇ ਮਾਲਕਾਂ ਨੂੰ ਅਸੀਂ ਰਿਕੁਐਸਟ ਕਰਕੇ ਬਿਲਕੁਲ ਉਹਨਾਂ ਦੇ ਘਰਾਂ ਦੇ ਵਿੱਚੋਂ ਅਸੀਂ ਲੈ ਕੇ ਇਸ ਜਗ੍ਹਾ ਤੇ ਅਸੀਂ ਲੈ ਆਏ ਹਾਂ, ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸ਼ੁਭ ਨਾਮ ਜੀ? ਨਾਮ ਰਾਜ ਕੁਮਾਰ ਹੈ ਜੀ। ਰਾਜ ਕੁਮਾਰ ਜੀ, ਸਭ ਤੋਂ ਪਹਿਲਾਂ ਤੇ ਬਹੁਤ ਦੁਖਦਾਈ ਘਟਨਾ ਜਿਹੜੀ ਆਪ ਜੀ ਦੇ ਨਾਲ ਕੱਲ ਵਾਪਰੀ ਆ, ਜਿਹੜੀਆਂ ਦੁਕਾਨਾਂ ਹੈਗੀਆਂ ਪਹਿਲਾਂ ਲੁੱਟੀਆਂ ਗਈਆਂ, ਲੁੱਟਣ ਤੋਂ ਬਾਅਦ ਫੂਕੀਆਂ ਗਈਆਂ। ਪੰਜਾਬੀ ਗੱਲ ਬਿਲਕੁਲ पहले लूटा जी, बाद में आधी सिलेंडर फटे हुए निकले। देखो जी ਜਿਹੜੀ ਦੁਕਾਨ ਸੀ ਕਿਸ ਚੀਜ਼ ਦੀ ਦੁਕਾਨ ਸੀ ਤੁਹਾਡੀ? ਸਾਡੀ ਡੀਜ਼ਲ ਪੰਪ ਦੀ ਦੁਕਾਨ ਸੀ, ਏਜੰਸੀ ਦੀ ਮਾਈਕੋ ਦੀ, ਔਰ ਰਾਇਲ ਡੀਜ਼ਲ ਦੇ ਨਾਂ ਤੇ ਹੈ ਔਰ ਬੜੀ ਪੁਰਾਣੀ ਦੁਕਾਨ ਹੈ ਔਰ ਅੱਜ ਤੱਕ ਕਦੀ ਐਸਾ ਹੋਇਆ ਨਹੀਂ। ਅਸੀਂ ਸਾਡੇ ਨਾਲ ਫਾਇਰ ਬ੍ਰਿਗੇਡ ਵੀ ਹੈ, ਸਾਨੂੰ ਕੋਈ ਟੈਨਸ਼ਨ ਨਹੀਂ ਦੇ ਬਈ ਥੋੜੀ ਬਹੁਤੀ ਕਮੀ ਹੋਈ ਹੈ, ਦਿੱਕਤ ਆ ਰਹੀ ਹੈ, ਕੋਈ ਝਗੜਾ ਹੋ ਰਿਹਾ ਹੈ, ਐਜੀਟੇਸ਼ਨ ਵਗੈरह ਕਰਨਗੇ ਵੀ ਚਲੋ ਠੀਕ ਹੋ जाएगा। 8:15 बजे करीब सानू कुछ पता लगा भी झगड़ा हो रहा है, लड़का साडा आया तो तब तक तो ठीक था माहौल। फिर बाद में पता लगा कि फायर ब्रिगेड में भी हमला कर दिया इन्होंने और उसके बाद
कोई कह रहा जी राय वाले में दुकानें जला रहे हैं, कोई कह रहा नेहरू मार्केट में जला रहे हैं, धुआं उठ रहा था, कोई कह रहा टायर जल रहे हैं। बाद में पता लगा कि पूरी हमारी माँ दुकान नहीं जला दी। इधर हमारे चाचा जी की दुकान है, इधर हमारे चाचा की दुकान है, वो भी जल गई। ये हमारी अभी ओपनिंग करी थी 10 महीने पहले 23/11 को, ये खत्म कर दी। दुकान तो 40 साल पुरानी एजेंसी ली थी अभी, और माइको की मशीन थी पंप की, और सारा बेड़ा गलत कर दिया, सारा सामान लूट के ले गए। और ये तो पाकिस्तान का बना दिया ऐसे। मैं तो कहता हूँ कि अगर इनके हाथ में कोई पावर नहीं है तो पाकिस्तान के हवाले कर दिया जाए ऐसे यूपी को, मेरे हिसाब से, अगर ये सब नहीं संभाल सकते। और ਭਾਈ ਸਾਹਿਬ ਜੀ मैं ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਿ ਜਿਹੜਾ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ कि ਤੁਹਾਡੀਆਂ ਜਿਹੜੀਆਂ ਦੁਕਾਨਾਂ ਉਹ मुझे 9:30 बजे पता लगा जी। 8:30 बजे तक तो हम ये सोच रहे थे भाई बचाव है, हमें उम्मीद थी कि हमारा रोड तो आज तक हो ही नहीं सकता। ਸਵੇਰ ਦੀ ਗੱਲ ਹੈ ਜੀ ਇਹ? हाँ जी, कल सवेर की बात। और इस तरीके से हमारे साथ बहुत अनहोनी हुई है, तो नुकसान हुआ है। सारी रात नींद नहीं आई, बड़े परेशान रहे। और रात ये अफवाह थी इधर आ रहे हैं सारे मोमडन्स भाग के कत्लेआम मचाएंगे। हम इधर पटेल नगर में रहते हैं सब, तो उधर ऐसे करेंगे तो हम रात को फिर किसी रिश्तेदारों के ठहरे अपने समझी यहाँ हकीकत नगर में, तो हमने जान बचाई है बड़ी मुश्किल से। तो पता लगा, तो हम तो बहुत दुखी है जी। ਭਾਈ ਸਾਹਿਬ ਜੀ ਕਿੰਨਾ हमारा ये ਲਗਭਗ ਕਿੰਨਾ ਕੁ ਨੁਕਸਾਨ ਤੁਹਾਡਾ ਹੋਇਆ? जी कम से कम 25 लाख का नुकसान है। 8 लाख की तो मशीन ही है जी, 10 लाख की। 8-10 लाख का सामान ले गए हैं उठा के, सारी बिल्डिंग जल गई है, सब खत्म कर दिया है। आप एक नजर मारो मशीन पे, हर चीज पे। ਬਿਲਕੁਲ ਮੈਂ ਦਲਜੀਤ ਸਿੰਘ ਨੂੰ ਕਹਾਂਗਾ ਕਿ ਬਿਲਕੁਲ ਤੁਸੀਂ ਅੰਦਰ ਸੰਗਤਾਂ ਨੂੰ ਬਿਲਕੁਲ ਤੁਸੀਂ ਦਿਖਾਓ ਕਿ ਕਿਸ ਤਰ੍ਹਾਂ ਇਹ ਦੁਕਾਨ ਬਿਲਕੁਲ ਸਮਾਨ ਵੀ ਬਿਲਕੁਲ ਬਹੁਤ ਘੱਟ ਨਜ਼ਰ ਪਾ ਰਿਹਾ, ਕਿਉਂਕਿ ਸਮਾਨ ਜਿੱਦਾਂ ਕਿ ਦੱਸਿਆ ਗਿਆ ਕਿ ਸਮਾਨ ਪਹਿਲਾਂ ਲੁੱਟ ਕੇ ਉਸ ਤੋਂ ਬਾਅਦ ਇਹ ਸਮਾਨ ਜਿਹੜਾ ਚੁੱਕਿਆ ਨਹੀਂ ਗਿਆ ਉਸ ਨੂੰ ਬਿਲਕੁਲ ਸਾੜ ਦਿੱਤਾ ਗਿਆ। सिलेंडर ਬਿਲਕੁਲ ਹੁਣ ਭਾਈ ਸਾਹਿਬ ਜੀ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਿ ਜਿੱਦਾਂ ਪੁਲਿਸ ਪ੍ਰਸ਼ਾਸਨ ਵੱਲੋਂ ਜਾਂ ਜਿਹੜੀ ਇਸ ਟਾਈਮ ਫੌਜ ਹੈਗੀ ਆ, ਕੋਈ ਉਹਨਾਂ ਵੱਲੋਂ ਕੋਈ ਕਾਰਵਾਈ ਕੀਤੀ ਗਈ ਹੈ ਜੀ? कुछ नहीं हो रहा जी। ਹੁਣ ਤਾਂ ਦੇਖੋ ਆਪਣੀ ਪੂਰੀ ਪੂਰਤੀ ਕਰ ਰਹੇ ਨੇ, ਲੇਕਿਨ ਹੋਇਆ ਸਾਰਾ ਉਹਨਾਂ ਦੇ ਢਿੱਲ ਪਣੇ ਦੀ ਵਜ੍ਹਾ ਨਾਲ ਹੈ। ਅਗਰ ਉਹ ਚਾਹੁੰਦੇ, ਪਹਿਲੇ ਥੋੜੇ ਆਦਮੀ ਸੀ ਮੌਮਡਨ ਜਿਹੜੇ ਸੀ ਮੁਸਲਮਾਨ, 100-200 1000 500 ਸੀ, ਅਗਰ ਚਾਹੁੰਦੇ ਤਾਂ ਕੰਟਰੋਲ ਕਰ ਦਿੰਦੇ। ਅਸੀਂ ਇੱਥੇ ਖੜੇ ਸੀ ਸਵੇਰੇ 7:30 ਪੌਣੇ 8 ਵਜੇ, ਸਾਡਾ ਲੜਕਾ ਸਟੇਡੀਅਮ ਤੋਂ ਆਇਆ, ਉਹਨੇ ਉਹਨਾਂ ਨੂੰ ਕਿਹਾ ਭਾਈ ਐਸਾ है कि हमारी दुकानें जला रहे हैं, तो उन्होंने वहां शुरू कर दिया, इन्हें कुछ फायरिंग करो, ये मतलब प्लास्टिक की गोलियां आती हैं वो चला दो, आंसू गैस की गोले छोड़ दो। कहता जी हमारे पास ऑर्डर नहीं है, हमारे पास तो वेट एंड वॉच का ऑर्डर है, हमारे पास कोई ऑर्डर नहीं है। तो कुछ नहीं हुआ, हम अपने सामने अपनी दुकान, हमारा बेटा जलता देखता रहा, सारे रोते रहे, फिर चले गए। फिर हमें पता लगा, हम तो हैरान हो गए। फिर लोगों के फोन होने शुरू हो गए, भाई पूरी दुकानें जली, सामने भी जला दी, हमारे इधर चाचा की दुकान भी जला दी, सब बिल्कुल खत्म कर ਤੁਹਾਡੇ दिया। ਕਿੰਨੇ ਰਿਸ਼ਤੇਦਾਰਾਂ ਦੀਆਂ ਦੁਕਾਨਾਂ ਸਾੜੀਆਂ ਗਈਆਂ? साढ़े चाचा हैं, साढ़े 2 चाचे हैं, एक इधर लेफ्ट में एक राइट में, इनकी दुकानें सड़ गई हैं। और इनका स्पेयर पार्ट का काम था, हमारा डीजल पंप का काम था, और 30 सारी मंजिल फूक दी, ऊपर ऑफिस था, सब खत्म हो गया। और ਕੀ ਪ੍ਰਸ਼ਾਸਨ ਵੱਲੋਂ ਕੋਲੋਂ ਕਿਸ ਤਰ੍ਹਾਂ ਦੀ ਮਦਦ कुछ ਤੁਸੀਂ नहीं ਮੰਗ? किया यहाँ में, ना हमें आने दिया, ना कुछ किया। तो आज ही बड़ी मुश्किल से आप लोगों की वजह से हम यहाँ आए हैं, देख रहे हैं, कुछ कर रहे हैं। लड़का हमारा पहले सुबह आया था, उन्होंने बहुत कहा, सबने कहा, फिर पुलिस वाले सारे भाग गए, और पूरी भीड़ में देख के वो भी लड़का भी हमारे भाग गया। बस उन्होंने एक करके शटर, उनके पास लोहे के बड़े डंडे थे या एंगल थे, शटर फाड़ के पेट्रोल डाला, डीजल डाला, सिलेंडर फाड़े। ये चाय वाले की रेडी फूकी पड़ी है, या तो इसका सिलेंडर ढा के इसके अंदर फाड़ा। केमिकल थे उनके पास, भगवान जाने, देखो बैटरों का क्या हाल हुआ पड़ा, इन्वर्टरों का क्या हाल हुआ पड़ा, पूरी दुकान राख कर दिया, इसमें कुछ नहीं बचा। हमारा बहुत मोटा नुकसान हुआ, हम बड़े दुखी हैं। हम कह रहे थे जी, मोदी जी कह रहे थे बड़े अच्छे दिन आएंगे, अच्छे दिन नहीं हमारे लिए, तो ये बहुत बुरे दिन आए हैं और हम बड़ा दुख है। मैं तो कहता हूँ ज्यादा कश्मीर पाकिस्तान को दे दिया, उत्तर प्रदेश भी इनके हवाले कर दो, ये पाकिस्तान ही नहीं गया, बस ये पाकिस्तान का ही हिस्सा बन गया मेरे हिसाब से, जहां तक मेरा ख्याल है। ਬਿਲਕੁਲ ਕਿੰਨੇ ਦੁਖੀ ਹਿਰਦੇ ਦੇ ਨਾਲ ਇਹ ਗੱਲ ਕਰਦੇ ਪਏ ਆ ਕਿ ਜਿੱਥੇ ਸਿੱਖਾਂ ਵੀਰਾਂ ਦਾ ਨੁਕਸਾਨ ਹੋਇਆ, ਉੱਥੇ ਹਿੰਦੂ ਵੀਰਾਂ ਦਾ ਵੀ ਬਹੁਤ ਜ਼ਿਆਦਾ ਇਸ ਏਰੀਆ ਦੇ ਵਿੱਚ ਨੁਕਸਾਨ ਹੋਇਆ। ਬਿਲਕੁਲ ਮੈਂ ਦੱਸ ਦਵਾਂ ਕਿ ਜਿੱਦਾਂ ਕਿ ਸਾਨੂੰ ਇੱਥੋਂ ਦੀ ਪ੍ਰਸ਼ਾਸਨ ਵੀ ਦੱਸ ਰਿਹਾ ਸੀ ਕਿ ਸਭ ਤੋਂ ਪਹਿਲਾਂ ਜਦੋਂ ਜਿਹੜੀ ਅੱਗ ਲਾਈ ਗਈ ਹੈ, ਇਹ ਫਾਇਰ ਬ੍ਰਿਗੇਡ ਦੀ ਜਿਹੜੀ ਗੱਡੀ ਹੈਗੀ ਆ, ਉਸ ਨੂੰ ਵੀ ਨਿਸ਼ਾਨਾ ਬਣਾ ਕੇ ਉਸ ਨੂੰ ਵੀ ਫੂਕਿਆ ਗਿਆ, ਉਸ ਤੇ ਵੀ ਜਿਹੜੀ ਆ ਕੈਮੀਕਲ ਪਾ ਕੇ ਅੱਗ ਲਾਈ ਗਈ ਆ। ਬਿਲਕੁਲ ਮੈਂ ਹੁਣ ਉਸ ਦੇ ਨਾਲ ਹੀ ਇੱਕ ਦੁਕਾਨ ਹੈਗੀ, ਉੱਥੇ ਵੀ ਤੁਹਾਨੂੰ ਦਿਖਾਉਣਾ ਕਿ ਬਿਲਕੁਲ ਉਹ ਦੁਕਾਨ ਵੀ ਬਿਲकुल ਬਹੁਤ ਤੁਸੀਂ ਦੇਖ ਸਕਦੇ ਕਿ ਬਿਲकुल ਕੋਲਾ ਬਣ ਚੁੱਕੀ ਆ, ਇੱਕਦਮ ਫੂਕ ਦਿੱਤੀ ਗਈ ਆ। ਧੂਆਂ ਹਜੇ ਵੀ ਬਿਲकुल ਕਿਉਂਕਿ ਲਗਭਗ 12 13 14 ਘੰਟੇ ਹੋ ਚੁੱਕੇ ਆ, ਫਿਰ ਵੀ ਜਿਹੜੇ
ਅੱਗ ਦੀਆਂ ਜਿਹੜੀਆਂ ਕੋਲੇ ਹੈਗੇ ਆ ਉਹ ਹਜੇ ਵੀ ਉਹ ਬਿਲਕੁਲ ਨਿਕਲਦੇ ਪਏ ਆ। ਬਿਲਕੁਲ ਸਮਾਨ ਤੁਸੀਂ ਦੇਖ ਸਕਦੇ ਜੇ ਕਿ ਸ਼ਟਰ, ਬਿਲਕੁਲ ਹਰ ਤਰ੍ਹਾਂ ਦਾ ਸਮਾਨ ਜਿਹੜਾ ਹੈਗਾ ਵਾ ਇਸ ਦੁਕਾਨ ਦੇ ਵਿੱਚ ਸਾਰਾ ਫੁੱਕ ਚੁੱਕਾ ਵਾ। ਬਿਲਕੁਲ ਉਸ ਤੋਂ ਬਾਅਦ ਮੈਂ ਰੇੜੀ ਦੀ ਦਿਖਾਵਾਂ, ਜਿਹੜਾ ਇੱਕ ਚਾਹ ਵਾਲੇ ਇੱਕ ਮਜ਼ਦੂਰ ਦੀ ਰੇੜੀ ਸੀ, ਉਹ ਵੀ ਇਸ ਜਿਹੜੀ ਕਮਿਊਨਿਟੀ ਹੈਗੀ ਉਸਨੇ ਇਸ ਰੇੜੀ ਨੂੰ ਵੀ ਨਿਸ਼ਾਨਾ ਬਣਾ ਕੇ ਤੁਸੀਂ ਬਿਲਕੁਲ ਦੇਖ ਸਕਦੇ ਜੇ ਕਿ ਸਾਰੀ ਰੇੜੀ ਵੀ ਇਹ फूक ਦਿੱਤੀ गई है। अच्छा ठीक, हमने तो सिर्फ जो इधर तोड़ फोड़ आपके उधर हुई है उनकी बात करनी है हमने। ਬਿਲਕੁਲ ਅਸੀਂ ਹੁਣ ਉਸ ਜਗ੍ਹਾ ਤੇ ਮੌਜੂਦ ਹੈ ਜਿੱਥੇ 5 ਗੇਟ ਦਾ ਜਿਹੜਾ ਆਫਿਸ ਹੈਗਾ, ਦਫ਼ਤਰ ਹੈਗਾ ਵਾ, ਉਹਦੇ ਅਸੀਂ ਬਿਲਕੁਲ ਸਾਹਮਣੇ ਖਲੋਤੇ ਆ। ਬਿਲਕੁਲ ਤੁਸੀਂ ਮੇਰੇ ਬਿਲਕੁਲ ਸਾਹਮਣੇ ਦੇਖ ਸਕਦੇ ਇੱਕ ਗੱਡੀ ਜਿਹੜੀ ਹੈਗੀ ਆ, ਬਿਲਕੁਲ ਸਰਕਾਰੀ ਗੱਡੀ ਹੈਗੀ ਆ, 5 ਗ੍ਰੇਡ ਦੀ ਗੱਡੀ ਹੈਗੀ ਆ, ਅੱਗ ਬੁਝਾਉਣ ਵਾਲਿਆਂ ਦੀ ਗੱਡੀ ਹੈਗੀ ਆ, ਜਿਹਦੇ ਵਿੱਚ ਤੁਸੀਂ ਦੇਖ ਸਕਦੇ ਜੇ ਕਿ ਬਿਲਕੁਲ ਉਹਨਾਂ ਦਾ ਦਫ਼ਤਰ ਵੀ ਜਿਹੜਾ ਹੈਗਾ ਉਹ ਵੀ ਨਿਸ਼ਾਨੇ ਤੇ ਬਣਾਇਆ ਗਿਆ। ਦਫ਼ਤਰ ਦੀ ਵੀ ਤੋੜਬੰਦ ਕੀਤੀ ਗਈ। ਬਿਲਕੁਲ ਸਾਹਮਣੇ ਸ਼ੀਸ਼ਾ ਜਿਹੜਾ ਲੱਗਾ ਹੈਗਾ ਉਹ ਵੀ ਚਿਕਨਾ ਚੂਰ ਹੋ ਗਿਆ ਵਾ। ਉਹ ਸਰਕਾਰੀ ਜਿਹੜਾ ਦਫ਼ਤਰ ਹੈਗਾ ਇਹਨੂੰ ਵੀ ਨਿਸ਼ਾਨਾ ਬਣਾ ਕੇ ਇਸ ਨੂੰ ਵੀ ਜਿਹੜਾ ਟਾਰਗੇਟ ਕੀਤਾ ਗਿਆ। ਬਿਲਕੁਲ ਮੈਂ ਆਪਣੇ ਬਿਲਕੁਲ ਬੈਕ ਸਾਈਡ ਤੇ ਬਿਲਕੁਲ ਦੇਖ ਰਿਹਾ ਕਿ ਜਿਹੜੀ ਇਹ ਵਾਹਨ ਹੈਗੇ ਆ, ਮੋਟਰਸਾਈਕਲ ਹੈਗੇ ਆ, ਬਿਲਕੁਲ ਜਿਹੜੇ ਇੱਥੇ ਲੱਗੇ ਸੀ ਉਹ ਵੀ ਨਿਸ਼ਾਨੇ ਤੇ ਬਣਾ ਕੇ ਉਸ ਨੂੰ ਵੀ ਜਿਹੜਾ ਫੂਕ ਦਿੱਤਾ ਗਿਆ ਵਾ, ਅੱਗ ਦੇ ਹਵਾਲੇ ਕਰ ਦਿੱਤਾ ਗਿਆ ਵਾ। ਤੁਸੀਂ ਬਿਲਕੁਲ ਇੱਕ ਸੋਚ ਸਕਦੇ ਕਿ ਬਹੁਤ ਵੱਡੀ ਤਾਦਾਦ ਤੇ ਜਿਹੜਾ ਇਹ ਮੁਸਲਿਮ ਭਾਈਚਾਰੇ ਵੱਲੋਂ ਜਿਹੜੀ ਇਸ ਚੀਜ਼ ਤੇ ਨਿਸ਼ਾਨਾ ਬਣਾਇਆ ਗਿਆ ਵਾ। ਬਿਲਕੁਲ ਮੈਂ ਦੂਰ ਤੁਹਾਨੂੰ ਦਿਖਾਉਣ ਜਾ ਰਿਹਾ ਵਾਂ। ਬਿਲਕੁਲ ਇਸ ਟਾਈਮ ਸੱਜੇ ਹੱਥ ਤੇ ਬਿਲਕੁਲ ਮੇਰੇ ਖੱਬੇ ਹੱਥ ਬਿਲਕੁਲ ਇੱਕ ਦੁਕਾਨ ਮੈਨੂੰ ਸਾਹਮਣੇ ਦਿਖ ਰਹੀ ਹੈ, ਜਿਹਦਾ ਹਜੇ ਤੱਕ ਜਿਹੜਾ ਧੂਆਂ ਬਹੁਤ ਵੱਡੇ ਤਾਦਾਦ ਤੇ ਜਿਹੜਾ ਉਹ ਨਿਕਲਦਾ ਪਿਆ ਵਾ। ਹੌਲੀ ਹੌਲੀ ਮੈਂ ਦਲਜੀਤ ਸਿੰਘ ਨੂੰ ਕਹਾਂਗਾ ਕਿ ਜਿਹੜਾ ਕੈਮਰਾ ਹੈਗਾ ਉਹ ਇਧਰਲੇ ਬੰਨੇ ਮੂਵ ਕਰਨ ਕੇ ਬਿਲਕੁਲ ਹੋਰ ਵੀ ਦੁਕਾਨਾਂ ਜਿਹੜੀਆਂ ਹੈਗੀਆਂ ਨਿਸ਼ਾਨੇ ਤੇ ਬਣਾਈਆਂ ਗਈਆਂ। ਕਿਸੇ ਵੀ ਤਰ੍ਹਾਂ ਦਾ ਇਸ ਟਾਈਮ ਜਿਹੜਾ ਕੋਈ ਵੀ ਵੀਰ ਭਰਾ ਇੱਥੇ ਕਰਫਿਊ ਜਿੱਦਾਂ ਲੱਗਿਆ ਗਿਆ ਵਾ, ਕੋਈ ਵੀ ਵੀਰ ਭਰਾ ਇੱਥੇ ਬਿਲਕੁਲ ਨਹੀਂ ਲੰਘ ਰਿਹਾ ਕੋਈ। ਬਿਲਕੁਲ ਮੈਂ ਹੁਣ ਹੌਲੀ ਹੌਲੀ ਅਸੀਂ ਸਿੱਖ ਚੈਨਲ ਵੱਲੋਂ ਅਸੀਂ ਕੁਝ ਵੀਰਾਂ ਨੂੰ ਅਸੀਂ ਘਰੋਂ ਲੈ ਕੇ ਆਏ ਸੀ ਕਿ ਕਿਉਂਕਿ ਕਰਫਿਊ ਲਾਇਆ ਗਿਆ ਵਾ, ਕਿਸੇ ਵੀ ਵੀਰ ਨੂੰ ਕਿਸੇ ਨੂੰ ਵੀ ਇਸ ਏਰੀਏ ਤੇ ਜਿਹੜੀ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਆ। ਅਸੀਂ ਉਹਨਾਂ ਨੂੰ ਸਪੈਸ਼ਲ ਤੌਰ ਤੇ ਸਿੱਖ ਚੈਨਲ ਵੱਲੋਂ ਅਸੀਂ ਉਹਨਾਂ ਨੂੰ ਰਿਕੁਐਸਟ ਕਰਕੇ ਘਰੋਂ ਲੈ ਕੇ ਆਏ ਆ ਕਿਉਂਕਿ ਜੇ ਸਿਰਫ ਮੀਡੀਆ ਦੀ ਐਂਟਰੀ ਹੈਗੀ ਆ, ਮੀਡੀਆ ਦੇ ਪਾਸ ਬਣਾਏ ਗਏ, ਸਿਰਫ ਮੀਡੀਆ ਨੂੰ ਹੀ ਐਂਟਰੀ ਦਿੱਤੀ ਗਈ ਆ। ਉਸ ਤੋਂ ਇਲਾਵਾ ਕਿਸੇ ਵੀ ਵੀਰ ਨੂੰ ਜਿਹੜਾ ਹੈਗਾ ਇੱਥੇ ਜਿਹੜਾ ਐਂਟਰੀ ਨਹੀਂ ਦਿੱਤੀ ਗਈ ਆ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ। ਵਾਹਿ ਖਾਲਸਾ ਵਾਹਿ ਫਤਿਹ ਮਹਾਰਾਜ। ਸ਼ੁਭ ਨਾਮ ਵੀਰ ਜੀ ਆਪ ਜੀ ਦਾ? ਮੇਰਾ ਭਾਈ ਜੀ ਪਰਮਵੀਰ ਸਿੰਘ। ਪਰਮਵੀਰ ਸਿੰਘ ਜੀ, ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਿ ਜਿੱਦਾਂ ਕਿ ਆਪ ਜੀ ਦੀਆਂ ਦੁਕਾਨਾਂ ਬਿਲਕੁਲ ਸੜ ਚੁੱਕੀਆਂ ਵਾ, ਹਜੇ ਵੀ ਬਿਲਕੁਲ ਰਾਖ ਜਿਹੜੀ ਆ ਉਹ ਬਿਲਕੁਲ ਜਲ ਰਹੀ ਆ, ਇਹ ਕਿਸ ਚੀਜ਼ ਦੀ ਦੁਕਾਨ ਸੀ ਤੁਹਾਡੀ? ਇਹ ਭਾਜੀ ਸਾਡੀ ਰਾਵਲਪਿੰਡੀ ਟਾਇਰ ਸਰਵਿਸ ਦੇ ਨਾਂ ਤੋਂ ਟਾਇਰ ਰਿਟਰੇਡਿੰਗ ਮਟੀਰੀਅਲ ਤੇ ਟਾਇਰਸ ਦੀ ਸ਼ਾਪ ਸੀ। ਇਹ ਸਾਡੀ 1960 ਦੀ ਸ਼ਾਪ ਸੀ। ਇੱਥੇ ਸਾਡੇ ਦਾਦਾ ਜੀ ਨੇ ਬਾਹਰੋਂ ਜਦੋਂ ਪਾਕਿਸਤਾਨ ਤੋਂ ਆਏ ਸੀ ਤਾਂ ਇੱਥੇ ਦੁਕਾਨ ਬਣਾਈ ਸੀ ਤੇ ਉਸ ਤੋਂ ਬਾਅਦ ਫਿਰ ਸਾਡੇ ਫਾਦਰ ਸਾਹਿਬ ਦੁਕਾਨ ਤੇ ਸੀ। ਫਿਰ ਹੁਣ ਮੈਂ ਥੋੜਾ ਜਿਹਾ ਹੁਣ ਪਹਿਲਾਂ ਮੈਂ ਬਾਹਰ ਸੀ, ਹੁਣ ਮੈਂ ਬਾਹਰੋਂ ਆ ਕੇ ਇਸ ਦੁਕਾਨ ਨੂੰ ਪੂਰਾ ਰੈਨੋਵੇਟ ਕਰਾਇਆ ਸੀ। ਇਹਦੇ ਆਰਟ ਚੂਟਸ ਕਢਾਏ ਸੀ। ਪਿਛਲੇ ਸਾਲ ਨਵੰਬਰ 'ਚ ਮੈਂ ਇਸ ਦੁਕਾਨ ਨੂੰ ਸ਼ੁਰੂ ਕੀਤਾ ਤੇ ਇਸ ਸਾਲ ਮਾਰਚ ਵਿੱਚ ਇਸ ਦੁਕਾਨ ਦਾ ਕੰਮ ਖਤਮ ਹੋਇਆ ਤੇ ਹੁਣ ਮੇਰੀ ਪਲੈਨਿੰਗ ਇੱਥੇ ਜਿਹੜੀ ਮਸ਼ੀਨਾਂ ਲਾਈਆਂ ਸੀ ਅਲਾਈਨਮੈਂਟ ਬੈਲੈਂਸਿੰਗ ਤੇ ਸੀਏਟ ਦੇ ਟਾਇਰ ਐਕਸਕਲੂਸਿਵ ਸ਼ਾਪ ਖੋਲਣੀ ਸੀ। ਹੁਣੇ 20 ਦਿਨ ਪਹਿਲਾਂ ਹੀ ਮੈਂ ਸੇਲ ਟੈਕਸ ਨੰਬਰ ਲਿਆ ਸੀ ਆਪਣੀ ਦੁਕਾਨ ਦਾ, ਜਿਹੜਾ ਇੱਥੇ ਲਿਖਿਆ ਹੋਇਆ ਹੈ ਤੇ ਸਾਰਾ ਮੇਰਾ ਸਮਾਨ ਜਿੰਨਾ ਹੈ ਮੈਨੂੰ ਕੁਝ ਨਹੀਂ ਪਤਾ, ਸਭ ਕੁਝ ਮਿੱਟੀ ਹੋ ਗਿਆ। ਸਾਡੇ ਸਵਿਚ ਬਿਜਲੀ ਦੇ ਉਹ ਤਾਰਾਂ ਪਿਘਲ ਕੇ ਬਾਹਰ ਆ ਗਈਆਂ, ਮਤਲਬ ਸਾਨੂੰ ਜੜ ਤੋਂ ਖਤਮ ਕਰਤਾ ਜੀ। ਹੁਣ ਤੇ ਅਸੀਂ ਸ਼ਰਮ ਨਾਲ ਬਹਿ ਵੀ ਨਹੀਂ ਸਕਦੇ ਇੱਥੇ, ਮਤਲਬ ਸਾਡੇ ਕੋਲ ਤੇ ਇਹ ਨਹੀਂ ਹੋ ਰਿਹਾ ਕਿ ਅਸੀਂ ਖੜੇ ਵੀ ਕਰੀਏ ਤੇ ਕਿਵੇਂ ਕਰੀਏ, ਕਿਉਂਕਿ ਟੁੱਟੀ ਭੱਜੀ ਚੀਜ਼ ਨੂੰ ਤਾਂ ਕੋਈ ਬਣਾ ਸਕਦਾ, ਟੁੱਟੇ ਹੋਏ ਦਿਲ ਦੁਬਾਰਾ ਨਹੀਂ ਜੁੜ ਸਕਦੇ ਜੀ। ਬਿਲਕੁਲ ਵੀਰ ਦਾ ਦਿਲ ਉਹ ਕਿੱਦਾਂ ਦਿਲ ਤੋਂ ਬੋਲ ਰਿਹਾ ਕਿ ਜੋ ਵੀ ਕੁਛ ਹੈਗਾ ਸੀ ਸਾਰਾ ਉਹ ਫੂਕ ਦਿੱਤਾ ਗਿਆ। ਇਹ ਸਾਰਾ ਜ਼ਮੀਨ ਤੋਂ ਸਰ ਜਿੰਨਾ ਵੀ ਕੁਝ ਹੋਗਾ ਸੀ ਲਿਆ ਹੋਇਆ ਸੀ, ਜਾਂ ਬੈਂਕ ਤੋਂ ਸੀ, ਰਿਸ਼ਤੇਦਾਰਾਂ ਤੋਂ ਸੀ, ਆਪਣੀ ਮਿਹਨਤ ਸੀ ਜਿਹੜੀ ਇਸ ਉਮਰ 'ਚ ਬੰਦਾ ਕਰਦਾ ਹੈ। ਇੱਕ ਵਾਰੀ ਜੋਸ਼ ਪੈਦਾ ਹੁੰਦਾ ਹੈ, ਉਸ ਜੋਸ਼ ਨੂੰ ਬੰਦਾ ਅੱਗੇ ਵਧਾਉਂਦਾ ਹੈ। ਕੋਈ ਆਪਾਤਕਾਲੀਨ ਜਾਂ ਕੋਈ ਵੈਸੇ ਹੀ ਕੈਜੂਅਲਟੀ ਹੋ ਜਾ ਬੰਦਾ ਬਰਦਾਸ਼ਤ ਕਰ ਲੈਂਦਾ ਹੈ। ਕੋਈ ਅਰਥਕਵੇਕ ਹੋ ਗਿਆ ਬਈ ਕੁਦਰਤ ਕਾਰਨ ਹੈ, ਇਹ ਤੇ ਇਨਸਾਨੀ ਤੌਰ ਤੇ ਕੀਤਾ ਹੋਇਆ ਬਵਾਲ ਹੈ ਤੇ ਬੰਦਾ ਐਕਸੈਪਟ ਵੀ ਨਹੀਂ ਕਰ ਪਾ ਰਿਹਾ ਇਸ ਗੱਲ ਨੂੰ। ਜਾਂ ਤੇ ਹੋਏ ਕਿ ਅਸੀਂ ਇਹ ਸੋਚੀਏ ਕਿ ਭਈਆ ਕੁਝ ਐਵੇਂ ਹੋ ਗਿਆ, ਸਾਰਿਆਂ ਨਾਲ ਭਾਣਾ ਵਰਤ ਗਿਆ, ਐਦਾਂ ਕੁਝ ਨਹੀਂ ਹੋਇਆ। ਇਹ ਤੇ ਹੁਣ ਸਾਡੇ ਨਾਲ ਹੀ ਵਰਤਿਆ, ਰੱਬ ਦਾ ਭਾਣਾ ਹੁਣ ਜਿਵੇਂ ਵੀ ਹੋਏਗਾ ਕੀ ਕਹੀਏ। ਭਾਈ ਸਾਹਿਬ ਜੀ ਕਿੰਨਾ ਕੁ ਨੁਕਸਾਨ ਹੋ ਚੁੱਕਾ ਤੁਹਾਡਾ? ਭਾਈ ਨੁਕਸਾਨ ਮੈਂ ਇਦਾਂ ਤੁਹਾਨੂੰ ਕੁਝ ਨਹੀਂ ਦੱਸ ਸਕਦਾ ਕਿਉਂਕਿ ਜਿਹੜੀ ਕੰਸਟਰਕਸ਼ਨ ਸਾਡੀ ਮੇਨ ਡੈਮੇਜ ਹੋਈ ਹੈ, ਜਿਹੜੀ ਨਿਊਲੀ ਹੁਣੇ ਹੀ ਹੋਈ ਸੀ, ਉਹੀ ਮੇਰੇ ਖਿਆਲ
ਮੋਰ ਦੈਨ ਲੱਖਸ ਵਿੱਚ ਹੈਗੀ ਹੈ ਜੀ। ਮੈਂ ਕੀ ਕਹਾਂ ਤੁਹਾਨੂੰ, ਤੇ ਸਟਾਕ ਜਿਹੜਾ ਹੈ ਉਹਨੂੰ ਤੇ ਅਸੀਂ ਅੱਖਾਂ ਨਾਲ ਭੁੱਲ ਗਏ ਆ। ਇਹੋ ਜਿਹਾ ਸ਼ੌਕ ਸਾਨੂੰ ਲੱਗਿਆ ਕਿ ਅਸੀਂ ਤਾਂ ਭੁੱਲੇ ਹੀ ਹੋਏ ਆ ਕਿ ਕੀ ਹੋਇਆ ਸਾਡੇ ਨਾਲ। ਇਸ 'ਚ ਮੈਂ ਹੁਣ ਇਸ ਸਟੇਜ 'ਚ ਨਹੀਂ ਤੁਹਾਨੂੰ ਕੁਝ ਵੀ ਕਹਾਂ, ਤੁਹਾਡੇ ਸਾਹਮਣੇ ਪਿਆ ਹੈ, ਤੁਸੀਂ ਦੇਖ ਲਓ, ਆਪ ਵੈਲਿਊ ਲਾ ਲਓ ਕਿੱਥੇ ਅਸੀਂ ਤੇ ਰੋਡ ਤੇ ਲਿਆਏ ਜੀ ਸਾਨੂੰ ਸਾਰਿਆਂ ਨੂੰ। ਅਸੀਂ ਤੇ ਹੁਣ ਕੀ ਕਰੀਏ, ਸਰਕਾਰ ਕੋਲ ਜਾਈਏ, ਪੰਥਕ ਕਮੇਟੀਆਂ ਕੋਲ ਜਾਈਏ, ਆਪਣੀ ਬਿਰਾਦਰੀ ਕੋਲ ਜਾਈਏ, ਕਿੱਥੇ ਜਾਈਏ, ਸਾਨੂੰ ਕੋਈ ਰਸਤਾ ਨਹੀਂ ਲੱਭਦਾ, ਸਾਡੇ ਕੋਲ ਕੋਈ ਹੈ ਨਹੀਂ। ਵੀਰ ਜੀ ਕਿੰਨੇ ਤੁਹਾਡੇ ਰਿਸ਼ਤੇਦਾਰਾਂ ਦਾ, ਕਿਉਂਕਿ ਰਿਸ਼ਤੇਦਾਰ ਤੁਸੀਂ ਦੱਸ ਰਹੇ ਸੀ ਕਿ ਰਿਸ਼ਤੇਦਾਰ ਵੀ ਸਾਡੇ ਬਹੁਤ ਜ਼ਿਆਦਾ ਇਸ ਏਰੀਆ ਦੇ ਵਿੱਚ ਰਹਿਣ ਵਾਲੇ ਆ ਜਿਨ੍ਹਾਂ ਦੀਆਂ ਦੁਕਾਨਾਂ ਹੋਰ ਵੀ ਸੀ, ਕਿੰਨੇ ਕੁ ਰਿਸ਼ਤੇਦਾਰਾਂ ਦੀਆਂ ਜਿਹੜੀਆਂ ਦੁਕਾਨਾਂ ਸੜ ਗਈਆਂ? ਭਾਜੀ ਰਿਸ਼ਤੇਦਾਰ ਤੇ ਸਾਡੇ ਨਹੀਂ, ਬਟ ਆਪਣੇ ਜਿਹੜੇ ਮਿੱਤਰ ਬਿਰਾਦਰੀ ਦੇ ਹੈਗੇ ਲੋਕੀ, ਇੱਥੇ ਚਾਵਲਾ ਜੀ ਹੈਗੇ ਉਹਨਾਂ ਦੀ ਹੋ ਗਈ, ਫਿਰ ਜੌਲੀ ਭਰਾ ਆਪਣੇ ਹੈਗੇ, ਉਹ ਤੋਂ ਫਿਰ ਅਨਿਤ ਭਾਈ ਜੀ ਹੈਗੇ, ਉਹ ਤੋਂ ਹਰਮਨ, ਸਿਰਮਰਨ, ਰਾਜੂ ਭਾਈ ਜੀ, ਇੱਥੇ ਆਪਣੇ ਸ਼ਰਮਾ ਜੀ ਜਲੇਬੀ ਵਾਲੇ, ਸੁਦੇਸ਼ ਜੀ ਹੋ ਗਏ। ਮਤਲਬ ਇਸ ਲਾਈਨ ਤੋਂ ਤੁਸੀਂ ਇੱਧਰ ਤੇ ਉਸ ਲਾਈਨ ਤੋਂ ਇੱਧਰ ਤੁਸੀਂ ਸੇਮ ਦੇਖ ਸਕਦੇ ਹੋ, ਦੋਨੋਂ ਪਾਸੇ ਆਪਣੇ ਸਾਰੇ ਭਰਾਵਾਂ ਦਾ ਸਭ ਬੁਰਾ ਹਾਲ ਹੋ ਗਿਆ ਜੀ। ਮਤਲਬ ਤੁਸੀਂ ਇਹ ਸਮਝ ਲਓ ਕਿ ਖੜਾ ਹੋਣ ਪਿੱਛੇ ਬੰਦਾ ਇੱਕ ਜਿਹੜਾ ਜੋਸ਼ ਹੁੰਦਾ ਹੈ ਉਹ ਆਪ ਤੇ ਅਸੀਂ ਲਾ ਨਹੀਂ ਸਕਦੇ। ਹੁਣ ਕੋਈ ਸਰਕਾਰ ਲਾਏ ਜਾਂ ਕੋਈ ਹੋਰ ਆ ਕੇ ਸਾਡਾ ਕੰਮ ਉਠਾਏ ਤੇ ਉਠਾਏ, ਸਾਡੇ ਤੋਂ ਜ਼ੋਰ ਲੱਗਦਾ ਨਹੀਂ ਕਿ ਇਹ ਸਾਡੇ ਤੋਂ ਹੋ ਜਾਊਗਾ, ਕਿਉਂਕਿ ਅਸੀਂ ਤਾਂ ਕਰਨਾ ਸੀ ਕਰ ਚੁੱਕੇ ਹਾਂ ਤੇ ਅੱਗੇ ਸਾਡੇ ਸਾਹਮਣੇ ਭਾਣਾ ਵਰਤ ਗਿਆ। ਵੀਰ ਜੀ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਿ ਪ੍ਰਸ਼ਾਸਨ ਵੱਲੋਂ ਕੋਈ ਕਿਸੇ ਤਰ੍ਹਾਂ ਦਾ ਤੁਹਾਨੂੰ ਭਰੋਸਾ ਦਿੱਤਾ ਗਿਆ, ਕਿਸੇ ਤਰ੍ਹਾਂ ਦੀ ਕੋਈ ਅਰੈਸਟ ਪਾਈ ਗਈ, ਕਿਸੇ ਤਰ੍ਹਾਂ ਦਾ ਕੋਈ ਜਿਨ੍ਹਾਂ ਨੇ ਐਡਾ ਵੱਡਾ ਵਾਕਿਆ ਕੀਤਾ ਉਹਨਾਂ ਦੇ ਖਿਲਾਫ ਕੁਛ ਨਾ ਕੁਛ FIR ਵਗੈਰਾ ਜਾਂ ਕੁਛ ਨਾ ਕੁਛ ਕੀਤਾ ਹੋਵੇ? ਭਾਜੀ ਕੱਲ ਦੀ ਇਹ ਘਟਨਾ ਹੋਈ, ਉਸ ਤੋਂ ਬਾਅਦ ਮੈਂ ਤੇ ਐਕਟਿਵ ਹੋਇਆ ਕੋਈ 8:30 ਵਜੇ ਦੇ ਕਰੀਬ। ਉਸ ਤੋਂ ਬਾਅਦ ਮੈਂ ਜਦੋਂ ਵੀ ਇੱਥੇ ਆਇਆ ਅਨਬ੍ਰਸ਼ਡ, ਮੈਂ ਇੱਥੇ ਆ ਕੇ ਲੋਕਾਂ ਨੂੰ ਮਿੰਨਤਾਂ ਕੀਤੀਆਂ, ਬਈ ਮੇਰੇ ਇੱਥੇ ਪਾਣੀ ਪਾਓ, ਤੇ ਇੱਥੇ ਗੱਡੀਆਂ ਦੀ ਘਾਟ ਹੋਣ ਕਰਕੇ ਮੇਰੇ ਕੁਝ ਨਹੀਂ ਕਰ ਪਾਏ। ਮੈਂ ਸ਼ਟਰ ਕੰਨ ਨਾਲ ਤੋੜਦਾ ਰਿਹਾ, ਕੁਝ ਵੀ ਕੀਤਾ, ਜਦੋਂ ਕੁਝ ਨਹੀਂ ਹੋਇਆ ਤੇ ਮੇਰੇ ਘਰੋਂ ਫੋਨ ਆਉਣ ਲੱਗੇ ਤੂੰ ਘਰ ਆ ਜਾ, ਜਲਦੀ ਨੂੰ ਜਲਣ ਦੇ, ਐ ਨਾ ਹੋਏ ਤੈਨੂੰ ਕੁਝ ਹੋ ਜਾਏ। ਤੇ ਫਿਰ ਮੈਂ ਗਿਆ ਘਰ, ਫਿਰ ਮੈਂ ਸ਼ਾਮੀ ਦੁਬਾਰਾ ਆਇਆ ਜਦੋਂ ਸਾਰਿਆਂ ਨੇ ਆਪਣੀ ਅੱਗ ਬੁਝਾ ਲਈ। ਉਦੋਂ ਫਿਰ ਗਾੜੀਆਂ ਜਦੋਂ ਵੇਲੀਆਂ ਹੋਈਆਂ, ਫਿਰ ਮੈਂ ਇੱਥੇ ਸ਼ਾਮੀ ਕੱਲਾ ਘਨ ਵਜਾਉਂਦਾ ਰਿਹਾ। ਇੱਕ ਮੁੰਡਾ ਮੈਂ 500 ਰੁਪਏ ਦਾ ਹਾਇਰ ਕੀਤਾ ਹੈ ਬਿਲਡਿੰਗ ਦਾ, ਉਹਨੂੰ ਮੈਂ ਕਿਹਾ ਤੂੰ ਮੇਰੇ ਨਾਲ ਪਾਣੀ ਪੂਣੀ ਪਾ, ਤੇ ਮੇਰੇ ਨਾਲ ਹੋਰ ਕੋਈ ਲੱਗਣ ਵਾਲਾ ਸੀ ਨਹੀਂ ਇੱਥੇ। ਮਤਲਬ ਇਹ ਉਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸ ਰਿਹਾ, ਬਿਲਕੁਲ ਫੈਕਟ, ਦ ਟਰੁਥ ਵਿਚ ਇਜ਼ ਲਾਈਕ ਗੁਰਬਾਣੀ। ਤੁਸੀਂ ਕਹਿ ਦੋ ਕਿ ਸਾਫ਼ ਸਪਸ਼ਟ ਸਾਡੀ ਸੁੱਚੀ ਸੱਚੀ, ਉਦਾਂ ਮੇਰੀ ਬਾਣੀ ਸੁੱਧੀ ਸੱਚੀ ਵੀ ਤੁਹਾਨੂੰ ਦੱਸ ਰਿਹਾ। ਬਿਲਕੁਲ ਬਿਲਕੁਲ ਉਹੀ ਜਿਹੜਾ ਵਰਤਿਆ ਮੈਂ ਤੁਹਾਨੂੰ ਦੱਸਤਾ। ਤੇ ਉਦੋਂ ਫਿਰ ਹੀਟ ਹਲੇ ਤੱਕ ਹੀ ਨਹੀਂ ਪੁੱਜ ਰਹੀ। ਤੁਸੀਂ ਆਪ ਆਈਡੀਆ ਲਾ ਲਓ, ਅੱਜ ਸਵੇਰ ਦਾ ਮੈਂ ਹੁਣ ਆ ਗਿਆ, ਕਿਉਂਕਿ ਹੁਣ ਆਣ ਵੀ ਨਹੀਂ ਦੇ ਰਹੇ, ਮਾਹੌਲ ਬੜਾ ਉਦਾਂ ਹੋ ਗਿਆ, ਤੇ ਪਿੱਛੋਂ ਇਹਨਾਂ ਨੂੰ ਵੀ ਪਾਣੀ ਪਾਣਾ ਚਾਹੀਦਾ ਸੀ, ਇਹ ਵੀ ਨਹੀਂ ਪਾ ਰਹੇ। ਹੁਣ ਮੈਂ ਅੰਦਰ ਜਾਣ ਨੂੰ ਵੀ ਕਰਾਂ ਤਾਂ ਨਹੀਂ ਜਾ ਸਕਦਾ, ਇਹ ਠੰਡੀ ਹੋਈ ਹੁੰਦੀ ਦੁਕਾਨ ਤੇ ਮੈਂ ਅੰਦਰ ਜਾ ਕੇ ਘੱਟੋ ਘੱਟ ਆਪਣੀ ਚੀਜ਼ਾਂ ਨੂੰ ਵੀ ਦੇਖ ਲੈਂਦਾ ਕਿ ਕੁਝ ਬਚਿਆ ਜਾਂ ਨਹੀਂ ਬਚਿਆ। ਮੈਂ ਅੰਦਰ ਵੀ ਨਹੀਂ ਜਾ ਸਕਦਾ, ਪਿੱਛੋਂ ਵੀ ਕਿਸੇ ਨੇ ਕੁਝ ਨਹੀਂ ਕੀਤਾ। ਬਿਲਕੁਲ ਬਚਣ ਬਚਾਉਂਦਾ ਤੇ ਵੀਰ ਜੀ ਕੀ ਬਚਣਾ, ਬਿਲਕੁਲ ਇਸ ਟਾਈਮ ਤੇ ਸਾਰੀ ਜਿਹੜੀ ਰਾਖ ਦੇ ਵਿੱਚ ਬਿਲਕੁਲ ਸੜ ਗਈ ਹੈ, ਖਤਮ ਹੋ ਗਿਆ ਜੀ ਕੰਮ। ਮਤਲਬ ਇਹ ਸਮਝ ਲਓ ਤੁਸੀਂ ਕਿ ਮੈਂ ਤਾਂ ਕਹਿ ਰਿਹਾ ਜਾਂ ਤਾਂ ਦੁਕਾਨ ਹੋਵੇ ਨਾ ਕਿ 20 ਸਾਲ ਪੁਰਾਣੀ ਸੀ। ਬਿਲਕੁਲ ਅਸੀਂ ਹੁਣ ਉਸ ਜਗ੍ਹਾ ਤੇ ਮੌਜੂਦ ਹੈ ਜਿੱਥੇ 5 ਗੇਟ ਦਾ ਜਿਹੜਾ ਆਫਿਸ ਹੈਗਾ, ਦਫ਼ਤਰ ਹੈਗਾ ਵਾ, ਉਹਦੇ ਅਸੀਂ ਬਿਲਕੁਲ ਸਾਹਮਣੇ ਖਲੋਤੇ ਆ। ਬਿਲਕੁਲ ਤੁਸੀਂ ਮੇਰੇ ਬਿਲਕੁਲ ਸਾਹਮਣੇ ਦੇਖ ਸਕਦੇ ਇੱਕ ਗੱਡੀ ਜਿਹੜੀ ਹੈਗੀ ਆ, ਬਿਲਕੁਲ ਸਰਕਾਰੀ ਗੱਡੀ ਹੈਗੀ ਆ, 5 ਗ੍ਰੇਡ ਦੀ ਗੱਡੀ ਹੈਗੀ ਆ, ਅੱਗ ਬੁਝਾਉਣ ਵਾਲਿਆਂ ਦੀ ਗੱਡੀ ਹੈਗੀ ਆ, ਜਿਹਦੇ ਵਿੱਚ ਤੁਸੀਂ ਦੇਖ ਸਕਦੇ ਜੇ ਕਿ ਬਿਲਕੁਲ ਉਹਨਾਂ ਦਾ ਦਫ਼ਤਰ ਵੀ ਜਿਹੜਾ ਹੈਗਾ ਉਹ ਵੀ ਨਿਸ਼ਾਨੇ ਤੇ ਬਣਾਇਆ ਗਿਆ, ਦਫ਼ਤਰ ਦੀ ਵੀ ਤੋੜਬੰਦ ਕੀਤੀ ਗਈ। ਬਿਲਕੁਲ ਸਾਹਮਣੇ ਸ਼ੀਸ਼ਾ ਜਿਹੜਾ ਲੱਗਾ ਹੈਗਾ ਉਹ ਵੀ ਚਿਕਨਾ ਚੂਰ ਹੋ ਗਿਆ ਵਾ। ਉਹ ਸਰਕਾਰੀ ਜਿਹੜਾ ਦਫ਼ਤਰ ਹੈਗਾ ਹੈ ਇਹਨੂੰ ਵੀ ਨਿਸ਼ਾਨਾ ਬਣਾ ਕੇ ਇਸ ਨੂੰ ਵੀ ਜਿਹੜਾ ਟਾਰਗੇਟ ਕੀਤਾ ਗਿਆ। ਬਿਲਕੁਲ ਮੈਂ ਆਪਣੇ ਬਿਲਕੁਲ ਬੈਕ ਸਾਈਡ ਤੇ ਬਿਲਕੁਲ ਦੇਖ ਰਿਹਾ ਕਿ ਜਿਹੜੀ ਇਹ ਵਾਹਨ ਹੈਗੇ ਆ, ਮੋਟਰਸਾਈਕਲ ਹੈਗੇ ਆ, ਬਿਲਕੁਲ ਜਿਹੜੇ ਇੱਥੇ ਲੱਗੇ ਸੀ ਉਹ ਵੀ ਨਿਸ਼ਾਨੇ ਤੇ ਬਣਾ ਕੇ ਉਸ ਨੂੰ ਵੀ ਜਿਹੜਾ ਫੂਕ ਦਿੱਤਾ ਗਿਆ ਵਾ, ਅੱਗ ਦੇ ਹਵਾਲੇ ਕਰ ਦਿੱਤਾ ਗਿਆ ਵਾ। ਤੁਸੀਂ ਬਿਲਕੁਲ ਇੱਕ ਸੋਚ ਸਕਦੇ ਕਿ ਬਹੁਤ ਵੱਡੀ ਤਾਦਾਦ ਤੇ ਜਿਹੜਾ ਇਹ ਮੁਸਲਮਾਨ ਭਾਈਚਾਰੇ ਵੱਲੋਂ ਜਿਹੜੀ ਇਸ ਚੀਜ਼ ਤੇ ਨਿਸ਼ਾਨਾ ਬਣਾਇਆ ਗਿਆ ਵਾ। ਬਿਲਕੁਲ ਮੈਂ ਦੂਰ ਤੁਹਾਨੂੰ ਦਿਖਾਉਣ ਜਾ ਰਿਹਾ ਵਾਂ। ਬਿਲਕੁਲ ਇਸ ਟਾਈਮ ਸੱਜੇ ਹੱਥ ਤੇ ਬਿਲਕੁਲ ਮੇਰੇ ਖੱਬੇ ਹੱਥ ਬਿਲਕੁਲ ਇੱਕ ਦੁਕਾਨ ਮੈਨੂੰ ਸਾਹਮਣੇ ਦਿਖ ਰਹੀ ਹੈ ਜਿਹਦਾ ਹਜੇ ਤੱਕ ਜਿਹੜਾ ਧੂਆਂ ਬਹੁਤ ਵੱਡੇ ਤਾਦਾਦ ਤੇ ਜਿਹੜਾ ਉਹ ਨਿਕਲਦਾ ਪਿਆ ਵਾ। ਹੌਲੀ ਹੌਲੀ ਮੈਂ ਦਲਜੀਤ ਸਿੰਘ ਨੂੰ ਕਹਾਂਗਾ ਕਿ ਜਿਹੜਾ ਕੈਮਰਾ ਹੈਗਾ ਉਹ ਇਧਰਲੇ ਬੰਨੇ ਮੂਵ ਕਰਨ ਕੇ ਬਿਲਕੁਲ ਹੋਰ ਵੀ ਦੁਕਾਨਾਂ ਜਿਹੜੀਆਂ ਹੈਗੀਆਂ ਨਿਸ਼ਾਨੇ ਤੇ ਬਣਾਈਆਂ ਗਈਆਂ। ਕਿਸੇ ਵੀ ਤਰ੍ਹਾਂ ਦਾ ਇਸ ਟਾਈਮ ਜਿਹੜਾ ਕੋਈ ਵੀ ਵੀਰ ਭਰਾ ਇੱਥੇ ਕਰਫਿਊ ਜਿੱਦਾਂ ਲੱਗਿਆ ਗਿਆ ਵਾ, ਕੋਈ ਵੀ ਵੀਰ ਭਰਾ ਇੱਥੇ ਬਿਲਕੁਲ ਨਹੀਂ ਲੰਘ ਰਿਹਾ ਕੋਈ। ਬਿਲਕੁਲ ਮੈਂ ਹੁਣ ਹੌਲੀ ਹੌਲੀ ਅਸੀਂ ਸਿੱਖ ਚੈਨਲ ਵੱਲੋਂ ਅਸੀਂ ਕੁਝ ਵੀਰਾਂ ਨੂੰ ਅਸੀਂ ਘਰੋਂ ਲੈ ਕੇ ਆਏ ਸੀ ਕਿ ਕਿਉਂਕਿ ਕਰਫਿਊ ਲਾਇਆ ਗਿਆ ਵਾ, ਕਿਸੇ ਵੀ ਵੀਰ ਨੂੰ ਕਿਸੇ ਨੂੰ ਵੀ ਇਸ ਏਰੀਏ ਤੇ ਜਿਹੜੀ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਆ। ਅਸੀਂ ਉਹਨਾਂ ਨੂੰ ਸਪੈਸ਼ਲ ਤੌਰ ਤੇ ਸਿੱਖ ਚੈਨਲ ਵੱਲੋਂ ਅਸੀਂ ਉਹਨਾਂ ਨੂੰ ਰਿਕੁਐਸਟ ਕਰਕੇ ਘਰੋਂ ਲੈ ਕੇ ਆਏ ਆ, ਕਿਉਂਕਿ ਜੇ ਸਿਰਫ ਮੀਡੀਆ ਦੀ ਐਂਟਰੀ ਹੈਗੀ ਆ, ਮੀਡੀਆ ਦੇ ਪਾਸ ਬਣਾਏ ਗਏ, ਸਿਰਫ ਮੀਡੀਆ ਨੂੰ ਹੀ ਐਂਟਰੀ ਦਿੱਤੀ ਗਈ ਆ। ਉਸ ਤੋਂ ਇਲਾਵਾ ਕਿਸੇ ਵੀ ਵੀਰ ਨੂੰ ਜਿਹੜਾ ਹੈਗਾ ਇੱਥੇ ਜਿਹੜਾ ਐਂਟਰੀ ਨਹੀਂ ਦਿੱਤੀ ਗਈ ਆ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ। ਵਾਹਿ ਖਾਲਸਾ ਵਾਹਿ ਫਤਿਹ ਮਹਾਰਾਜ। ਸ਼ੁਭ ਨਾਮ ਵੀਰ ਜੀ ਆਪ ਜੀ ਦਾ? ਮੇਰਾ ਭਾਈ ਜੀ ਪਰਮਵੀਰ ਸਿੰਘ।
ਪਰਮਵੀਰ ਸਿੰਘ ਜੀ, ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਿ ਜਿੱਦਾਂ ਕਿ ਆਪ ਜੀ ਦੀਆਂ ਦੁਕਾਨਾਂ ਬਿਲਕੁਲ ਸੜ ਚੁੱਕੀਆਂ ਵਾ, ਹਜੇ ਵੀ ਬਿਲਕੁਲ ਰਾਖ ਜਿਹੜੀ ਆ ਉਹ ਬਿਲਕੁਲ ਜਲ ਰਹੀ ਆ, ਇਹ ਕਿਸ ਚੀਜ਼ ਦੀ ਦੁਕਾਨ ਸੀ ਤੁਹਾਡੀ ਇਹ? ਭਾਜੀ ਸਾਡੀ ਰਾਵਲਪਿੰਡੀ ਟਾਇਰ ਸਰਵਿਸ ਦੇ ਨਾਂ ਤੋਂ ਟਾਇਰ ਰਿਟਰੇਡਿੰਗ ਮਟੀਰੀਅਲ ਤੇ ਟਾਇਰਸ ਦੀ ਸ਼ਾਪ ਸੀ। ਇਹ ਸਾਡੀ 1960 ਦੀ ਸ਼ਾਪ ਸੀ। ਇੱਥੇ ਸਾਡੇ ਦਾਦਾ ਜੀ ਨੇ ਬਾਹਰੋਂ ਜਦੋਂ ਪਾਕਿਸਤਾਨ ਤੋਂ ਆਏ ਸੀ ਤਾਂ ਇੱਥੇ ਦੁਕਾਨ ਬਣਾਈ ਸੀ ਤੇ ਉਸ ਤੋਂ ਬਾਅਦ ਫਿਰ ਸਾਡੇ ਫਾਦਰ ਸਾਹਿਬ ਦੁਕਾਨ ਤੇ ਸੀ। ਫਿਰ ਹੁਣ ਮੈਂ ਥੋੜਾ ਜਿਹਾ ਹੁਣ ਪਹਿਲਾਂ ਮੈਂ ਬਾਹਰ ਸੀ, ਹੁਣ ਮੈਂ ਬਾਹਰੋਂ ਆ ਕੇ ਇਸ ਦੁਕਾਨ ਨੂੰ ਪੂਰਾ ਰੈਨੋਵੇਟ ਕਰਾਇਆ ਸੀ। ਇਹਦੇ ਆਰਟ ਚੂਟਸ ਕਢਾਏ ਸੀ। ਪਿਛਲੇ ਸਾਲ ਨਵੰਬਰ 'ਚ ਮੈਂ ਇਸ ਦੁਕਾਨ ਨੂੰ ਸ਼ੁਰੂ ਕੀਤਾ ਤੇ ਇਸ ਸਾਲ ਮਾਰਚ ਵਿੱਚ ਇਸ ਦੁਕਾਨ ਦਾ ਕੰਮ ਖਤਮ ਹੋਇਆ ਤੇ ਹੁਣ ਮੇਰੀ ਪਲੈਨਿੰਗ ਇੱਥੇ ਜਿਹੜੀ ਮਸ਼ੀਨਾਂ ਲਾਈਆਂ ਸੀ ਅਲਾਈਨਮੈਂਟ ਬੈਲੈਂਸਿੰਗ ਤੇ ਸੀਏਟ ਦੇ ਟਾਇਰ ਐਕਸਕਲੂਸਿਵ ਸ਼ਾਪ ਖੋਲਣੀ ਸੀ। ਹੁਣੇ 20 ਦਿਨ ਪਹਿਲਾਂ ਹੀ ਮੈਂ ਸੇਲ ਟੈਕਸ ਨੰਬਰ ਲਿਆ ਸੀ ਆਪਣੀ ਦੁਕਾਨ ਦਾ, ਜਿਹੜਾ ਇੱਥੇ ਲਿਖਿਆ ਹੋਇਆ ਹੈ ਤੇ ਸਾਰਾ ਮੇਰਾ ਸਮਾਨ ਜਿੰਨਾ ਹੈ ਮੈਨੂੰ ਕੁਝ ਨਹੀਂ ਪਤਾ, ਸਭ ਕੁਝ ਮਿੱਟੀ ਹੋ ਗਿਆ। ਸਾਡੇ ਸਵਿਚ ਬਿਜਲੀ ਦੇ ਉਹ ਤਾਰਾਂ ਪਿਘਲ ਕੇ ਬਾਹਰ ਆ ਗਈਆਂ, ਮਤਲਬ ਸਾਨੂੰ ਜੜ ਤੋਂ ਖਤਮ ਕਰਤਾ ਜੀ। ਹੁਣ ਤੇ ਅਸੀਂ ਸ਼ਰਮ ਨਾਲ ਬਹਿ ਵੀ ਨਹੀਂ ਸਕਦੇ ਇੱਥੇ, ਮਤਲਬ ਸਾਡੇ ਕੋਲ ਤੇ ਇਹ ਨਹੀਂ ਹੋ ਰਿਹਾ ਕਿ ਅਸੀਂ ਖੜੇ ਵੀ ਕਰੀਏ ਤੇ ਕਿਵੇਂ ਕਰੀਏ, ਕਿਉਂਕਿ ਟੁੱਟੀ ਭੱਜੀ ਚੀਜ਼ ਨੂੰ ਤਾਂ ਕੋਈ ਬਣਾ ਸਕਦਾ, ਟੁੱਟੇ ਹੋਏ ਦਿਲ ਦੁਬਾਰਾ ਨਹੀਂ ਜੁੜ ਸਕਦੇ ਜੀ। ਬਿਲਕੁਲ ਵੀਰ ਦਾ ਦਿਲ ਉਹ ਕਿੱਦਾਂ ਦਿਲ ਤੋਂ ਬੋਲ ਰਿਹਾ ਕਿ ਜੋ ਵੀ ਕੁਛ ਹੈਗਾ ਸੀ ਸਾਰਾ ਉਹ ਫੂਕ ਦਿੱਤਾ ਗਿਆ। ਇਹ ਸਾਰਾ ਜ਼ਮੀਨ ਤੋਂ ਸਰ ਜਿੰਨਾ ਵੀ ਕੁਝ ਹੋਗਾ ਸੀ ਲਿਆ ਹੋਇਆ ਸੀ, ਜਾਂ ਬੈਂਕ ਤੋਂ ਸੀ, ਰਿਸ਼ਤੇਦਾਰਾਂ ਤੋਂ ਸੀ, ਆਪਣੀ ਮਿਹਨਤ ਸੀ ਜਿਹੜੀ ਇਸ ਉਮਰ 'ਚ ਬੰਦਾ ਕਰਦਾ ਹੈ। ਇੱਕ ਵਾਰੀ ਜੋਸ਼ ਪੈਦਾ ਹੁੰਦਾ ਹੈ, ਉਸ ਜੋਸ਼ ਨੂੰ ਬੰਦਾ ਅੱਗੇ ਵਧਾਉਂਦਾ ਹੈ। ਕੋਈ ਆਪਾਤਕਾਲੀਨ ਜਾਂ ਕੋਈ ਵੈਸੀ ਕੈਜੂਅਲਟੀ ਹੋ ਜਾ ਬੰਦਾ ਬਰਦਾਸ਼ਤ ਕਰ ਲੈਂਦਾ ਹੈ। ਕੋਈ ਅਰਥਕਵੇਕ ਹੋ ਗਿਆ ਬਈ ਕੁਦਰਤ ਕਾਰਨ ਹੈ, ਇਹ ਤੇ ਇਨਸਾਨੀ ਤੌਰ ਤੇ ਕੀਤਾ ਹੋਇਆ ਬਵਾਲ ਹੈ ਤੇ ਬੰਦਾ ਐਕਸੈਪਟ ਵੀ ਨਹੀਂ ਕਰ ਪਾ ਰਿਹਾ ਇਸ ਗੱਲ ਨੂੰ। ਜਾਂ ਤੇ ਹੋਏ ਕਿ ਅਸੀਂ ਇਹ ਸੋਚੀਏ ਕਿ ਭਈਆ ਕੁਝ ਐਵੇਂ ਹੋ ਗਿਆ, ਸਾਰਿਆਂ ਨਾਲ ਭਾਣਾ ਵਰਤ ਗਿਆ, ਐਦਾਂ ਕੁਝ ਨਹੀਂ ਹੋਇਆ। ਇਹ ਤੇ ਹੁਣ ਸਾਡੇ ਨਾਲ ਹੀ ਵਰਤਿਆ, ਰੱਬ ਦਾ ਭਾਣਾ ਹੁਣ ਜਿਵੇਂ ਵੀ ਹੋਏਗਾ ਕੀ ਕਹੀਏ। ਭਾਈ ਸਾਹਿਬ ਜੀ ਕਿੰਨਾ ਕੁ ਨੁਕਸਾਨ ਹੋ ਚੁੱਕਾ ਤੁਹਾਡਾ? ਭਾਈ ਨੁਕਸਾਨ ਮੈਂ ਇਦਾਂ ਤੁਹਾਨੂੰ ਕੁਝ ਨਹੀਂ ਦੱਸ ਸਕਦਾ, ਕਿਉਂਕਿ ਜਿਹੜੀ ਕੰਸਟਰਕਸ਼ਨ ਸਾਡੀ ਮੇਨ ਡੈਮੇਜ ਹੋਈ ਹੈ, ਜਿਹੜੀ ਨਿਊਲੀ ਹੁਣੇ ਹੀ ਹੋਈ ਸੀ, ਉਹੀ ਮੇਰੇ ਖਿਆਲ ਮੋਰ ਦੈਨ ਲੱਖਸ ਵਿੱਚ ਹੈਗੀ ਹੈ ਜੀ। ਮੈਂ ਕੀ ਕਹਾਂ ਤੁਹਾਨੂੰ, ਤੇ ਸਟਾਕ ਜਿਹੜਾ ਹੈ ਉਹਨੂੰ ਤਾਂ ਅਸੀਂ ਅੱਖਾਂ ਨਾਲ ਭੁੱਲ ਗਏ ਆ। ਇਹੋ ਜਿਹਾ ਸ਼ੌਕ ਸਾਨੂੰ ਲੱਗਿਆ ਕਿ ਅਸੀਂ ਤਾਂ ਭੁੱਲੇ ਹੀ ਹੋਏ ਆ ਕਿ ਕੀ ਹੋਇਆ ਸਾਡੇ ਨਾਲ। ਇਸ 'ਚ ਮੈਂ ਹੁਣ ਇਸ ਸਟੇਜ 'ਚ ਨਹੀਂ ਤੁਹਾਨੂੰ ਕੁਝ ਵੀ ਕਹਾਂ, ਤੁਹਾਡੇ ਸਾਹਮਣੇ ਪਿਆ, ਤੁਸੀਂ ਦੇਖ ਲਓ, ਆਪ ਵੈਲਿਊ ਲਾ ਲਓ ਕਿੱਥੇ ਅਸੀਂ ਤੇ ਰੋਡ ਤੇ ਲਿਆਏ ਜੀ ਸਾਨੂੰ ਸਾਰਿਆਂ ਨੂੰ। ਅਸੀਂ ਤੇ ਹੁਣ ਕੀ ਕਰੀਏ, ਸਰਕਾਰ ਕੋਲ ਜਾਈਏ, ਪੰਥਕ ਕਮੇਟੀਆਂ ਕੋਲ ਜਾਈਏ, ਆਪਣੀ ਬਿਰਾਦਰੀ ਕੋਲ ਜਾਈਏ, ਕਿੱਥੇ ਜਾਈਏ, ਸਾਨੂੰ ਕੋਈ ਰਸਤਾ ਨਹੀਂ ਲੱਭਦਾ, ਸਾਡੇ ਕੋਲ ਕੋਈ ਹੈ ਨਹੀਂ। ਵੀਰ ਜੀ ਕਿੰਨੇ ਤੁਹਾਡੇ ਰਿਸ਼ਤੇਦਾਰਾਂ ਦਾ, ਕਿਉਂਕਿ ਰਿਸ਼ਤੇਦਾਰ ਤੁਸੀਂ ਦੱਸ ਰਹੇ ਸੀ ਕਿ ਰਿਸ਼ਤੇਦਾਰ ਵੀ ਸਾਡੇ ਬਹੁਤ ਜ਼ਿਆਦਾ ਇਸ ਏਰੀਆ ਦੇ ਵਿੱਚ ਰਹਿਣ ਵਾਲੇ ਆ ਜਿਨ੍ਹਾਂ ਦੀਆਂ ਦੁਕਾਨਾਂ ਹੋ ਰਹੀ ਸੀ, ਕਿੰਨੇ ਕੁ ਰਿਸ਼ਤੇਦਾਰਾਂ ਦੀਆਂ ਜਿਹੜੀਆਂ ਦੁਕਾਨਾਂ ਸੜ ਗਈਆਂ? ਭਾਜੀ ਰਿਸ਼ਤੇਦਾਰ ਤੇ ਸਾਡੇ ਨਹੀਂ, ਬਟ ਆਪਣੇ ਜਿਹੜੇ ਮਿੱਤਰ ਬਿਰਾਦਰੀ ਦੇ ਹੈਗੇ ਲੋਕੀ, ਇੱਥੇ ਚਾਵਲਾ ਜੀ ਹੈਗੇ ਉਹਨਾਂ ਦੀ ਹੋ ਗਈ, ਫਿਰ ਜੌਲੀ ਭਰਾ ਆਪਣੇ ਹੈਗੇ, ਉਹ ਤੋਂ ਫਿਰ ਅਨਿਤ ਭਾਈ ਜੀ ਹੈਗੇ, ਉਹ ਤੋਂ ਹਰਮਨ, ਸਿਰਮਰਨ, ਰਾਜੂ ਭਾਈ ਜੀ, ਇੱਥੇ ਆਪਣੇ ਸ਼ਰਮਾ ਜੀ ਜਲੇਬੀ ਵਾਲੇ, ਸੁਦੇਸ਼ ਜੀ ਹੋ ਗਏ। ਮਤਲਬ ਇਸ ਲਾਈਨ ਤੋਂ ਤੁਸੀਂ ਇੱਧਰ ਤੇ ਉਸ ਲਾਈਨ ਤੋਂ ਇੱਧਰ ਤੁਸੀਂ ਸੇਮ ਦੇਖ ਸਕਦੇ ਹੋ, ਦੋਨੋਂ ਪਾਸੇ ਆਪਣੇ ਸਾਰੇ ਭਰਾਵਾਂ ਦਾ ਸਭ ਬੁਰਾ ਹਾਲ ਹੋ ਗਿਆ ਜੀ। ਮਤਲਬ ਤੁਸੀਂ ਇਹ ਸਮਝ ਲਓ ਕਿ ਖੜਾ ਹੋਣ ਪਿੱਛੇ ਬੰਦਾ ਇੱਕ ਜਿਹੜਾ ਜੋਸ਼ ਹੁੰਦਾ ਹੈ ਉਹ ਆਪ ਤੇ ਅਸੀਂ ਲਾ ਨਹੀਂ ਸਕਦੇ। ਹੁਣ ਕੋਈ ਸਰਕਾਰ ਲਾਏ ਜਾਂ ਕੋਈ ਹੋਰ ਆ ਕੇ ਸਾਡਾ ਕੰਮ ਉਠਾਏ ਤੇ ਉਠਾਏ, ਸਾਡੇ ਤੋਂ ਜ਼ੋਰ ਲੱਗਦਾ ਨਹੀਂ ਕਿ ਇਹ ਸਾਡੇ ਤੋਂ ਹੋ ਜਾਊਗਾ, ਕਿਉਂਕਿ ਅਸੀਂ ਤੇ ਕਰਨਾ ਸੀ ਕਰ ਚੁੱਕੇ ਹਾਂ ਤੇ ਅੱਗੇ ਸਾਡੇ ਸਾਹਮਣੇ ਭਾਣਾ ਵਰਤ ਗਿਆ। ਵੀਰ ਜੀ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਿ ਪ੍ਰਸ਼ਾਸਨ ਵੱਲੋਂ ਕੋਈ ਕਿਸੇ ਤਰ੍ਹਾਂ ਦਾ ਤੁਹਾਨੂੰ ਭਰੋਸਾ ਦਿੱਤਾ ਗਿਆ, ਕਿਸੇ ਤਰ੍ਹਾਂ ਦੀ ਕੋਈ ਅਰੈਸਟ ਪਾਈਗੀ, ਕਿਸੇ ਤਰ੍ਹਾਂ ਦਾ ਕੋਈ ਜਿਨ੍ਹਾਂ ਨੇ ਐਡਾ ਵੱਡਾ ਵਾਕਿਆ ਕੀਤਾ ਉਹਨਾਂ ਦੇ ਖਿਲਾਫ ਕੁਛ ਨਾ ਕੁਛ FIR ਵਗੈਰਾ ਜਾਂ ਕੁਛ ਨਾ ਕੁਛ ਕੀਤਾ ਹੋਵੇ? ਭਾਜੀ ਕੱਲ ਦੀ ਇਹ ਘਟਨਾ ਹੋਈ, ਉਸ ਤੋਂ ਬਾਅਦ ਮੈਂ ਤੇ ਐਕਟਿਵ ਹੋਇਆ ਕੋਈ 8:30 ਵਜੇ ਦੇ ਕਰੀਬ। ਉਸ ਤੋਂ ਬਾਅਦ ਮੈਂ ਜਦੋਂ ਵੀ ਇੱਥੇ ਆਇਆ ਅਨਬ੍ਰਸ਼ਡ, ਮੈਂ ਇੱਥੇ ਆ ਕੇ ਲੋਕਾਂ ਨੂੰ ਮਿੰਨਤਾਂ ਕੀਤੀਆਂ, ਬਈ ਮੇਰੇ ਇੱਥੇ ਪਾਣੀ ਪਾਓ, ਤੇ ਇੱਥੇ ਗੱਡੀਆਂ ਦੀ ਘਾਟ ਹੋਣ ਕਰਕੇ ਮੇਰੇ ਕੁਝ ਨਹੀਂ ਕਰ ਪਾਏ। ਮੈਂ ਸ਼ਟਰ ਕੰਨ ਨਾਲ ਤੋੜਦਾ ਰਿਹਾ, ਕੁਝ ਵੀ ਕੀਤਾ, ਜਦੋਂ ਕੁਝ ਨਹੀਂ ਹੋਇਆ ਤੇ ਮੇਰੇ ਘਰੋਂ ਫੋਨ ਆਣ ਲੱਗੇ ਤੂੰ ਘਰ ਆ ਜਾ, ਜਲਦੀ ਨੂੰ ਚੱਲਣ ਦੇ, ਐ ਨਾ ਹੋਏ ਤੈਨੂੰ ਕੁਝ ਹੋ ਜਾਏ। ਤੇ ਫਿਰ ਮੈਂ ਗਿਆ ਘਰ, ਫਿਰ ਮੈਂ ਸ਼ਾਮੀ ਦੁਬਾਰਾ ਆਇਆ ਜਦੋਂ ਸਾਰਿਆਂ ਨੇ ਆਪਣੀ ਅੱਗ ਬੁਝਾ ਲਈ। ਉਦੋਂ ਫਿਰ ਗਾੜੀਆਂ ਜਦੋਂ ਵੇਲੀਆਂ ਹੋਈਆਂ, ਫਿਰ ਮੈਂ ਇੱਥੇ ਸ਼ਾਮੀ ਕੱਲਾ ਘਨ ਵਜਾਉਂਦਾ ਰਿਹਾ। ਇੱਕ ਮੁੰਡਾ ਮੈਂ 500 ਰੁਪਏ ਦਾ ਹਾਇਰ ਕੀਤਾ ਹੈ ਬਿਲਡਿੰਗ ਦਾ, ਉਹਨੂੰ ਮੈਂ ਕਿਹਾ ਤੂੰ ਮੇਰੇ ਨਾਲ ਪਾਣੀ ਪੂਣੀ ਪਾ, ਤੇ ਮੇਰੇ ਨਾਲ ਹੋਰ ਕੋਈ ਲੱਗਣ ਵਾਲਾ ਸੀ ਨਹੀਂ ਇੱਥੇ। ਮਤਲਬ ਇਹ ਉਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸ ਰਿਹਾ, ਬਿਲਕੁਲ ਫੈਕਟ, ਦ ਟਰੁਥ ਵਿਚ ਇਜ਼ ਲਾਈਕ ਗੁਰਬਾਣੀ। ਤੁਸੀਂ ਕਹਿ ਦੋ ਕਿ ਸਾਫ਼ ਸਪਸ਼ਟ ਸਾਡੀ ਸੁੱਚੀ ਸੱਚੀ, ਉਦਾਂ ਮੇਰੀ ਬਾਣੀ ਸੁੱਧੀ ਸੱਚੀ ਜਿਹੜੀ ਤੁਹਾਨੂੰ ਦੱਸ ਰਿਹਾ, ਬਿਲਕੁਲ ਬਿਲਕੁਲ ਉਹੀ ਜਿਹੜਾ ਵਰਤਿਆ ਮੈਂ ਤੁਹਾਨੂੰ ਦੱਸਤਾ। ਤੇ ਉਦੋਂ ਫਿਰ ਹੀਟ ਹਲੇ ਤੱਕ ਹੀ ਨਹੀਂ ਪੁੱਜ ਰਹੀ। ਤੁਸੀਂ ਆਪ ਆਈਡੀਆ ਲਾ ਲਓ, ਅੱਜ ਸਵੇਰ ਦਾ ਮੈਂ ਹੁਣ ਆ ਗਿਆ, ਕਿਉਂਕਿ ਹੁਣ ਆਣ ਵੀ ਨਹੀਂ ਦੇ ਰਹੇ, ਮਾਹੌਲ ਬੜਾ ਉਦਾਂ ਹੋ ਗਿਆ, ਤੇ ਪਿੱਛੋਂ ਇਹਨਾਂ ਨੂੰ ਵੀ ਪਾਣੀ ਪਾਣਾ ਚਾਹੀਦਾ ਸੀ, ਇਹ ਵੀ ਨਹੀਂ ਪਾ ਰਹੇ। ਹੁਣ ਮੈਂ ਅੰਦਰ ਜਾਣ ਨੂੰ ਵੀ ਕਰਾਂ ਤਾਂ ਨਹੀਂ ਜਾ ਸਕਦਾ, ਠੰਡੀ ਹੋਈ ਹੁੰਦੀ ਦੁਕਾਨ ਤੇ ਮੈਂ ਅੰਦਰ ਜਾ ਕੇ ਘੱਟੋ ਘੱਟ ਆਪਣੀ ਚੀਜ਼ਾਂ ਨੂੰ ਹੀ ਦੇਖ ਲੈਂਦਾ ਕਿ ਕੁਝ ਬਚਿਆ ਜਾਂ ਨਹੀਂ ਬਚਿਆ। ਮੈਂ ਅੰਦਰ ਵੀ ਨਹੀਂ ਜਾ ਸਕਦਾ, ਪਿੱਛੋਂ ਵੀ ਕਿਸੇ ਨੇ ਕੁਝ ਨਹੀਂ ਕੀਤਾ।
ਬਿਲਕੁਲ ਬਚਨ ਬਚਾਉਂਦਾ ਤੇ ਵੀਰ ਜੀ ਕੀ ਬਚਣਾ, ਬਿਲਕੁਲ ਇਸ ਟਾਈਮ ਤੇ ਸਾਰੀ ਜਿਹੜੀ ਉਹ ਰਾਖ ਦੇ ਵਿੱਚ ਬਿਲਕੁਲ ਸੜ ਗਈ ਹੈ। ਖਤਮ ਹੋ ਗਿਆ ਜੀ ਕੰਮ, ਮਤਲਬ ਇਹ ਸਮਝ ਲਓ ਤੁਸੀਂ ਕਿ ਮੈਂ ਤਾਂ ਕਹਿ ਰਿਹਾ ਜਾਂ ਤਾਂ ਦੁਕਾਨ ਹੋਵੇ ਨਾ ਕਿ 20 ਸਾਲ ਪੁਰਾਣੀ ਸੀ, ਸਾਡੀ ਤਾਂ ਸਾਡੀ 4 ਮਹੀਨੇ ਪੁਰਾਣੀ ਦੁਕਾਨ ਸੀ, 4 ਮਹੀਨੇ ਹੀ ਹੋਏ ਸੀ ਹਲੇ ਬਣਾਈ ਨੂੰ, ਇੰਨੇ ਅਰਮਾਨਾਂ ਨਾਲ ਬਣਾਈ ਗਈ ਸੀ। ਇਹ ਬਤਰਾ ਜੀ ਖੜੇ ਨੇ, ਇਹ ਸਾਡੀ ਲਾਈਨ ਦੇ ਬੰਦੇ ਹੈਗੇ ਨੇ, ਇਹਨਾਂ ਨੂੰ ਸਾਰਾ ਪਤਾ ਵੀ ਹੈ ਤੇ ਇਹ ਬੜੇ ਪੁਰਾਣੇ ਜਾਣਕਾਰ ਹੈਗੇ ਤੇ ਇਹਨਾਂ ਨੂੰ ਪਤਾ ਬੜੇ ਅਰਮਾਨਾਂ ਨਾਲ ਹੁਣ ਕੰਮ ਸ਼ੁਰੂ ਕਰਨਾ ਸੀ ਤੇ ਸਾਰਿਆਂ ਨੇ ਸਾਨੂੰ ਬੜੀ ਵਧਾਈਆਂ ਵੀ ਦਿੱਤੀ ਕਿ ਤੁਸੀਂ ਬੜੀ ਅੱਛੀ ਨਾਲ ਟੋਰ ਨਾਲ ਦੁਕਾਨ ਕੱਢੀ ਹੈ ਤੇ ਆਪਣਾ ਹੀ ਬੜਾ ਵਿਚਾਰ ਸੀ ਕਿ ਸੁੱਚਾ ਸੱਚਾ ਕੰਮ ਕਰਕੇ ਗੁਰੂ ਦੇ ਬਾਣੇ 'ਚ ਆਪਣਾ ਇੱਥੇ ਕੰਮ ਵਧਾਵਾਂਗੇ, ਬਟ ਸਾਰੇ ਅਰਮਾਨ ਸਾਡੇ ਤੇ ਪਾਣੀ 'ਚ ਪੈ ਗਏ ਜੀ। ਬਤਰਾ ਜੀ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਿ ਕਿੰਨੀ ਕੁ ਸਿੱਖ ਕਮਿਊਨਿਟੀ ਦਾ ਜਿਹੜਾ ਨੁਕਸਾਨ ਹੋਇਆ? ਇੱਥੇ ਲਗਭਗ 150 ਦੁਕਾਨ ਲੁੱਟੀ ਤੇ ਸੜੀ ਹੈ, ਜਿਹਦੇ ਚੋਂ 50-60 ਦੁਕਾਨਾਂ ਸਰਦਾਰ ਬਰਾਵਾਂ ਦੀਆਂ, ਬਾਕੀ ਗੈਰ ਸਿੱਖ ਦੀਆਂ। ਗੈਰ ਸਿੱਖ ਮਤਲਬ ਹਿੰਦੂ ਭਾਈਚਾਰੇ ਦੀ? ਹਿੰਦੂ ਭਾਸ਼ਾ। ਮੈਂ ਗੁਰੂ ਸਿੰਘ ਸਭਾ ਦਾ ਜਨਰਲ ਸਕੱਤਰ ਹਾਂ ਤੇ ਮੈਂ ਸਮਝਦਾ ਕਿ ਜੋ ਸਿੱਖਾਂ ਦਾ ਬਾਣਾ ਵਰਤਿਆ ਸੰਨ 47 ਦੁਆਰਾ ਯਾਦ ਕਰਾਤੀ ਹੈ। 2 ਵਜੇ ਇਹਨਾਂ ਨੇ ਪ੍ਰੀ ਪਲਾਨ ਤੈਅ ਕੀਤਾ, ਉੱਥੋਂ ਚੱਲੇ, ਕੈਮੀਕਲ ਨਾਲ ਲੈ ਕੇ ਆਏ, ਦੁਕਾਨਾਂ ਦੇ ਅੰਦਰ ਸਟਾ ਜਦੋਂ ਚੁੱਕੇ ਕੈਮੀਕਲ ਛੁੱਟਿਆ ਤੇ ਅੱਗ ਲਗਾਤੀ। तो आग भी इस करके लगाई कि पहले उन्होंने माल लुटिया, छोटे छोटे हाथी लेके आए नाल, वो माल भर के ले गए। आग लगाने का बहाना सी कि पता चल जाए कि दुकान सड़ी है, लुटी नहीं गई। अगर आज भी तलाशी रही है सब घरों जो माल निकलेगा। ਤੁਹਾਨੂੰ ਕੀ ਲੱਗਦਾ ਜਿਹੜਾ ਮਾਲ ਇਹਨਾਂ ਨੇ ਲਗਾਇਆ ਉਹ ਆਪਣੇ ਘਰਾਂ ਵਿੱਚ ਲਿਆ ਕੇ ਗਏ ਹੋਣ? सब अपने घरों रखा है माल, लुक नोट के कर्फ्यू लग गया सी, कहीं बाहर तो जा नहीं सकता। ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਇਹ ਗੱਲ ਕਹੀ ਗਈ ਕਿ ਸਾਡਾ ਜਿਹੜਾ ਸਮਾਨ ਲੁੱਟਿਆ ਗਿਆ ਜਾਂ ਉਹਨਾਂ ਦੀ ਤਲਾਸ਼ੀ ਵਗੈਰਾ ਲਈ ਜਾਵੇ? हाँ बिल्कुल, साड़ी आज शांति समिति की मीटिंग हुई सी, मैं डीएम साहब कमिश्नर सारे बैठे सी, मैं उन्हें कहा कि साढ़े सर्च की जाए, सर्च करके साड़ा माल बरामद किया जाए, मगर वो कहते इस टाइम माहौल ऐसा नहीं है कि सर्च करिए, पहले अमन चैन होना चाहिए, वो काम भी जरूर करेंगे। ਇਸੀ ਬਤਰਾ ਜੀ ਸਾਨੂੰ ਦੱਸ ਰਹੇ ਸੀ ਕਿ ਕਿੰਨੀ ਕਮਿਊਨਿਟੀ ਦਾ ਇਸ ਜਗ੍ਹਾ ਤੇ ਨੁਕਸਾਨ ਹੋਇਆ ਵਾ। ਬਿਲਕੁਲ ਤੁਸੀਂ ਦੇਖ ਸਕਦੇ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਇੱਕ ਮਤਲਬ ਕਿ ਰਾਉਂਡ ਬਾਰ-ਬਾਰ ਰਾਉਂਡ ਲਾਇਆ ਜਾ ਰਿਹਾ ਵਾ, ਹਰ ਤਰ੍ਹਾਂ ਦੀ ਸ਼ਾਂਤੀ ਨੂੰ ਤੁਸੀਂ ਬਿਲਕੁਲ ਦੇਖ ਸਕਦੇ ਕਿ ਪੁਲਿਸ ਪ੍ਰਸ਼ਾਸਨ ਬਿਲਕੁਲ ਇਸ ਟਾਈਮ ਰਾਉਂਡ ਜਿਹੜਾ ਕਰ ਰਿਹਾ ਵਾ, ਕਿਸੇ ਵੀ ਤਰ੍ਹਾਂ ਦੀ ਕੋਈ ਗੜਬੜ ਜਿਹੜੀ ਇਸ ਜਗ੍ਹਾ ਤੇ ਨਾ ਹੋਵੇ। ਬਿਲਕੁਲ ਅਸੀਂ ਟਾਈਮ ਟੂ ਟਾਈਮ ਤੁਹਾਡੇ ਨਾਲ ਬਣੇ ਰਵਾਂਗੇ। ਇੱਥੇ ਹੀ ਮੈਂ ਤੁਹਾਡੇ ਕੋਲ ਇਜਾਜ਼ਤ ਮੰਗਦਾ। ਮੈਂ ਗੁਰਪ੍ਰੀਤ ਸਿੰਘ ਪ੍ਰਿੰਸ, ਕੈਮਰਾਮੈਨ ਦਲਜੀਤ ਸਿੰਘ ਜੀ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।